ਵਾਹਿਗੁਰੂ ਜੀ। ਗੁਰੂ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਹਿਰਦੈ ਨਿਤ ਧਿਆਵਉ, ਹਿਰਦੈ ਨਿਤ ਧਿਆਵਉ। ਸ੍ਰੀ ਗੁਰੂ ਰਾਮਦਾਸ ਗੁਣ ਗਾਵਉ। ਗੁਰੂ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰਿ ਗੋਬਿੰਦ ਸੁਭ ਮਤ ਪਰਕਾਸਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਣਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਸਾਹਿਬ ਜੀ ਦੋਹਰਾ। ਸ੍ਰੀ ਗੁਰ ਹਰਗੋਬਿੰਦ ਬਰ, ਸਨਦ ਬਦ ਧਰ ਧਿਆਨ। ਬੰਦ ਦੋ ਕਰ ਬੰਦਨਾ, ਸੁੰਦਰ ਦੁਤ ਮਦਨਾਨ। ਸ੍ਰੀ ਗੁਰ ਹਰਗੋਬਿੰਦ ਬਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਪਤਿਤ ਪਾਵਨ, ਭਗਤ ਵਛਲ ਕਿਰਪਾ ਦੇ ਖਜ਼ਾਨੇ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਵਾਰੀ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦਾ ਸਦਕਾ, ਜੋ ਧੰਨ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਨੇ, ਇਸ ਕਲਯੁਗ ਦੇ ਸਮੇਂ ਵਿੱਚ ਕਲਯੁਗੀ ਜੀਵਾਂ ਦੇ ਉਧਾਰ ਲਈ ਆਪ ਜੀ ਨੇ ਆਪ ਜੀ ਦਾ ਸਰੂਪ ਪ੍ਰਕਾਸ਼ ਕੀਤਾ, ਪ੍ਰਗਟ ਹੋਏ। ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਇਹ ਜੋ ਨਿਰਮਲ ਪੰਥ, ਖਾਲਸਾ ਪੰਥ, ਸਿੱਖ ਧਰਮ, ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪ ਕਲਯੁਗ ਦੇ ਸਮੇਂ ਵਿੱਚ ਪ੍ਰਗਟ ਕੀਤਾ। 10 ਰੂਪਾਂ ਦੇ ਵਿੱਚ ਹਜੂਰ ਜੀ ਨੇ ਇਸ ਦਾ ਪ੍ਰਚਾਰ ਕੀਤਾ ਹੈ। ਤਕਰੀਬਨ 239 ਸਾਲ ਦਾ ਸਮਾਂ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ 10ਵੇਂ ਪਾਤਸ਼ਾਹ ਸਤਿਗੁਰਾਂ ਤੱਕ ਗੁਰਿਆਈ ਗੱਦੀ ਦਾ ਸਮਾਂ ਬਣਦਾ ਹੈ। ਇਤਨਾ ਸਮਾਂ ਹਜੂਰ ਪਾਤਸ਼ਾਹ ਜੀ ਨੇ ਇਸ ਧਰਮ ਨੂੰ ਉਪਦੇਸ਼ਿਆ, ਪ੍ਰਚਾਰਿਆ, ਪਰਪੱਕ ਕੀਤਾ। ਜਿੱਥੇ ਇਸ ਧਰਮ ਦਾ ਹਜੂਰ ਜੀ ਨੇ ਪ੍ਰਚਾਰ ਕੀਤਾ,
ਉਥੇ ਆਪ ਧਾਰਨ ਕਰਕੇ ਗੁਰਸਿੱਖਾਂ ਨੂੰ ਧਰਮੀ ਬਣਾ ਕਰਕੇ ਉਹਨਾਂ ਨੂੰ ਪੂਰਨ ਪਦ ਤੇ ਪ੍ਰਾਪਤੀ ਬਖਸ਼ ਕੇ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਵਾਲਾ ਜੀਵਨ ਬਖਸ਼ ਕਰਕੇ ਦੁਨੀਆ ਦੇ ਸਨਮੁਖ ਐਸੇ ਜੀਵਨ ਉਹਨਾਂ ਸਤਿਗੁਰਾਂ ਨੇ ਪ੍ਰਗਟ ਕੀਤੇ। ਐਸੇ ਸਤਿਗੁਰਾਂ ਦਾ ਪਾਵਨ ਪਵਿੱਤਰ ਜੋ ਇਤਿਹਾਸ ਹੈ, ਕਵੀ ਸੰਤੋਖ ਸਿੰਘ ਜੀ ਜਿਨ੍ਹਾਂ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਚਲਾਈ ਹੋਈ ਇਹ ਜੋ ਪਵਿੱਤਰ ਟਕਸਾਲ ਹੈ, ਇਸ ਦੇ ਵਿੱਚ ਜੋ ਤਕਰੀਬਨ 6ਵੇਂ ਕੁ ਥਾਂ ਤੇ ਜਾ ਕਰਕੇ ਆਉਂਦੇ ਨੇ ਸੋ ਗਿਆਨੀ ਸੰਤ ਸਿੰਘ ਜੀ, ਉਹਨਾਂ ਤੋਂ ਵਿਦਿਆ ਪ੍ਰਾਪਤ ਕੀਤੀ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਰਹਿ ਕੇ 15 ਸਾਲ ਸੰਗਤ ਕਰਕੇ ਗੁਰਮਤਿ ਦੀ ਵਿਦਿਆ ਪ੍ਰਾਪਤ ਕੀਤੀ। ਸੰਸਕ੍ਰਿਤ ਤੇ ਹੋਰ ਵਿਦਿਆ ਦੀ ਪ੍ਰਾਪਤੀ ਕਰਕੇ ਮਹਾਨ ਵਿਦਿਆ ਪ੍ਰਾਪਤ ਕਰਨ ਤੋਂ ਉਪਰੰਤ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਾ 10 ਗੁਰੂਆਂ ਦਾ ਇਤਿਹਾਸ ਕਵਿਤਾ ਦੇ ਵਿੱਚ ਭਾਈ ਸਾਹਿਬ ਜੀ ਨੇ ਰਚਨਾ ਕੀਤੀ ਹੈ। ਔਰ ਇਹ ਜੋ ਗ੍ਰੰਥ ਤਿਆਰ ਕੀਤਾ ਉਹਨਾਂ ਨੇ ਮਹਾਨ ਮਿਹਨਤ ਕਰਕੇ ਤਕਰੀਬਨ 14 ਪੋਥੀਆਂ ਦੇ ਵਿੱਚ 10 ਗੁਰੂਆਂ ਦਾ ਇਤਿਹਾਸ ਹੈ। ਅਸੀਂ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਇਤਿਹਾਸ ਨੂੰ ਕੱਲ ਤੋਂ ਆਰੰਭ ਕੀਤਾ ਹੈ। ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੀ ਜੋ ਬਰਸ਼ੀ ਮਨਾਈ ਹੈ, ਸੰਗਤ ਦੇ ਵਿੱਚ ਅਰਦਾਸ ਬੇਨਤੀ ਕਰਕੇ ਗੁਰੂ ਚਰਨਾਂ ਤੋਂ ਇਹ ਦਾਤ ਮੰਗੀ ਕਿ ਪਾਤਸ਼ਾਹ ਜੀ 10 ਗੁਰੂਆਂ ਦੇ ਇਤਿਹਾਸ ਦੀ ਲੜੀਵਾਰ ਕਥਾ ਆਪ ਕਿਰਪਾ ਕਰਕੇ ਇਸ ਸਥਾਨ ਤੇ ਆਰੰਭ ਕਰਾਓ। ਗੁਰੂ ਨੇ ਬਖਸ਼ਿਸ਼ ਕੀਤੀ ਹੈ। ਅਸੀਂ ਉਹ ਜੋ ਕਥਾ ਆਰੰਭ ਹੋਈ ਹੈ ਤੇ ਕਵੀ ਜੀ ਨੇ, ਕਿਉਂਕਿ ਇਹ ਬਹੁਤ ਵੱਡਾ ਕਾਰਜ ਸੀ 10 ਗੁਰੂਆਂ ਦਾ ਇਤਿਹਾਸ, ਜੋ ਲਿਖਤਾਂ ਇਕੱਠੀਆਂ ਕਰਨੀਆਂ, ਉਸ ਦੀ ਤਰਤੀਬ ਦੇਣੀ, ਫਿਰ ਉਸ ਦੀ ਕਵਿਤਾ ਬਣਾਉਣੀ, ਕਵਿਤਾ ਬਣਾ ਕਰਕੇ ਫਿਰ ਉਸ ਨੂੰ ਲਿਖਾਉਣਾ ਸੰਭਾਲਣਾ ਬਹੁਤ ਵੱਡਾ ਕਾਰਜ ਸੀ। ਤਾਂ ਭਾਈ ਸਾਹਿਬ ਜੀ ਨੇ ਇਸ ਕਾਰਜ ਦੀ ਆਰੰਭਤਾ ਵਿੱਚ ਪਹਿਲੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦਾ ਮੰਗਲਾਚਰਨ ਕਰਕੇ ਉਸ ਤੋਂ ਦਾਤ ਮੰਗੀ। ਫਿਰ ਅਕਾਲ ਪੁਰਖ ਪਰਮੇਸ਼ਵਰ ਦੀ ਉਹ ਰੱਬੀ ਸ਼ਕਤੀ ਜੋ ਸਾਡੀ ਰਸਨਾ ਤੇ ਬੋਲਣ ਦੀ ਸ਼ਕਤੀ ਦਿੰਦੀ ਹੈ, ਫਿਰ ਉਸ ਦਾ ਮੰਗਲਾਚਰਨ। ਫਿਰ ਅਕਾਲ ਪੁਰਖ ਜੀ ਤੋਂ ਲੈ ਕੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦਾ ਦੂਜੇ ਤੀਜੇ ਪਾਤਸ਼ਾਹ ਚੌਥੇ ਪੰਜਵੇਂ ਪਾਤਸ਼ਾਹ ਤੱਕ ਮੰਗਲਾਚਰਨ ਕਰਕੇ ਭਾਵ ਗੁਰੂ ਸਾਹਿਬਾਂ ਦੀ ਮਹਿਮਾ ਕਰਕੇ ਤੇ ਬੇਨਤੀਆਂ ਅਧੀਨਗੀ ਵਿੱਚ ਕੀਤੀਆਂ ਕਿ ਮਹਾਰਾਜ ਕਿਰਪਾ ਕਰੋ ਤੁਹਾਡੇ ਚਰਨਾਂ ਤੇ ਨਮਸਕਾਰ ਕਰਦੇ ਕਿ ਇਹ ਕਾਰਜ ਜਿਹੜਾ ਆਰੰਭ ਕਰਨ ਲੱਗੇ ਹਾਂ ਇਹਦੇ ਵਿੱਚ ਨਿਰਵਿਘਨਤਾ ਹੋਵੇ, ਇਹ ਸਹੀ ਸਲਾਮਤ ਸੰਪੂਰਨ ਹੋਵੇ, ਕਿਉਂਕਿ 4 ਪ੍ਰਕਾਰ ਦੇ ਮੰਗਲ ਨੇ। ਔਰ ਕੋਈ ਵੀ ਜਦੋਂ ਆਸਤਕ ਪੁਰਸ਼ ਕੋਈ ਗ੍ਰੰਥ ਲਿਖਦਾ 3 ਥਾਵਾਂ ਤੇ ਮੰਗਲਾਚਰਨ ਕਰਦਾ ਹੈ। ਆਰੰਭ ਦੇ ਵਿੱਚ ਜਿਸ ਇਸ਼ਟ ਦੀ ਉਹ ਪੂਜਾ ਕਰਦਾ ਉਸ ਨੂੰ ਯਾਦ ਕਰਦਾ ਹੈ ਕਿ ਮੇਰੀ ਸਹਾਇਤਾ ਹੋਵੇ। ਜਦੋਂ ਮੱਧ ਪੂਰਾ ਹੋ ਜਾਏ, ਅੱਧਾ ਕਾਰਜ ਹੋ ਜਾਏ, ਫਿਰ ਉਸ ਦਾ ਜਸ ਕਰਨਾ, ਤੇ ਜਦੋਂ ਉਸ ਕਾਰਜ ਸੰਪੂਰਨ ਗ੍ਰੰਥ ਪੂਰਾ ਹੋ ਜਾਏ ਫਿਰ ਉਸ ਦੇ ਸ਼ੁਕਰਾਨੇ ਵਿੱਚ ਮੰਗਲਾਚਰਨ ਕਰਨਾ। ਇਹ ਪ੍ਰਾਚੀਨ ਸਮੇਂ ਤੋਂ ਜੋ ਅਧਿਆਤਮਵਾਦੀ ਰੂਹਾਨੀਅਤ ਵਾਲੇ ਰੱਬ ਨੂੰ ਮੰਨਣ ਵਾਲੇ ਲੋਕ ਨੇ, ਇਹ ਉਹਨਾਂ ਦੇ ਨਿਯਮ ਨੇ। ਕਵੀ ਜੀ ਗੁਰੂ ਦੇ ਸਿੰਘ ਨੇ, ਅੰਮ੍ਰਿਤਧਾਰੀ ਹਨ, ਵਿਦਵਾਨ ਨੇ ਔਰ ਬੰਦਗੀ ਵਾਲੇ ਤੱਤ ਵੇਤੇ ਹਨ। ਇਸ ਲਈ ਸ਼ਰਧਾ ਭਾਵਨਾ ਦੇ ਸਹਿਤ ਸਤਿਗੁਰਾਂ ਦਾ ਮੰਗਲਾਚਾਰ ਕਰਦੇ ਹੋਏ ਕਾਰਜ ਨੂੰ ਆਰੰਭ ਕਰਨ ਵਾਸਤੇ ਨਿਰਵਿਘਨਤਾ ਲਈ ਬੇਨਤੀਆਂ ਕਰਦੇ ਨੇ। ਆਓ ਪਿਆਰ ਪੂਰਵਕ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਜਸ ਤੱਕ ਅਸੀਂ ਕੱਲ ਮੰਗਲਾਚਰਨ ਜਿਹੜੇ ਸਨ ਉਹਨਾਂ ਦਾ ਇਸ ਪ੍ਰਕਾਰ ਅਰਥ ਜਿਹੜੇ ਸੀ ਉਹ ਸਰਵਣ ਕੀਤੇ ਸਨ। ਹੁਣ ਜਿਸ ਤਰ੍ਹਾਂ ਮੇਰੇ ਸ਼ਹਿਨਸ਼ਾਹ ਪਿਤਾ ਧੰਨ ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਤੋਂ ਕਵੀ ਜੀ ਮੰਗਲਾਚਰਨ ਸ਼ੁਰੂ ਕਰਦੇ ਨੇ, ਆਓ ਪਿਆਰ ਪੂਰਵਕ ਸਰਵਣ ਕਰੀਏ, ਗੁਰੂ ਚਰਨਾਂ 'ਚ ਮਨ ਜੋੜੀਏ, ਮੁਖ ਨੂੰ ਪਵਿੱਤਰ ਕਰੀਏ, ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਸ੍ਰੀ ਗੁਰ ਹਰਗੋਬਿੰਦ ਬਰ। ਧੰਨ ਕਵੀ ਜੀ ਕਹਿੰਦੇ ਮੇਰੇ ਸ਼੍ਰੋਮਣੀ ਗੁਰੂ
ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਬਰ ਬਹੁਤ ਸ੍ਰੇਸ਼ਟ ਹਨ। ਸਨਦ ਬਦ ਧਰ ਧਿਆਨ। ਕਵੀ ਜੀ ਕਹਿੰਦੇ ਜਿਸ ਵੇਲੇ ਮੇਰੇ ਸ਼ਹਿਨਸ਼ਾਹ ਪਿਤਾ ਮੀਰੀ ਪੀਰੀ ਦੇ ਦਾਤਾਰ ਅੰਤਰਜਾਮੀ ਸਨਦਬੱਧ ਭਾਵ ਤਿਆਰ ਪੁਰ ਤਿਆਰ ਹੋ ਕਰਕੇ ਆਪਣੇ ਸ਼ਸਤਰ ਅਸਤਰ ਕਮਰ ਕੱਸੇ ਲਾ ਕੇ ਤਿਆਰ ਹੁੰਦੇ ਨੇ, ਐਸੇ ਸਤਿਗੁਰਾਂ ਦੇ ਪਾਵਨ ਪਵਿੱਤਰ ਸਰੂਪ ਦਾ ਮੈਂ ਧਿਆਨ ਧਾਰਨ ਕਰਕੇ ਬੰਦ ਦੋ ਕਰ ਬੰਦਨਾ। ਤੇ ਫਿਰ ਉਹਨਾਂ ਦੇ ਚਰਨਾਂ ਵਿੱਚ ਦੋਵੇਂ ਹੱਥ ਜੋੜ ਕਰਕੇ ਨਮਸਕਾਰ ਕਰਦਾ ਹਾਂ। ਸੁੰਦਰ ਦੁੱਤ ਮਦਨਾਨ। ਜਿਸ ਮੇਰੇ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਸੁੰਦਰਤਾ ਸਰੂਪ ਦੀ ਜੋ ਹੈ, ਕਹਿੰਦੇ ਮਦਨ ਕਾਮਦੇਵ ਦੀ ਸੁੰਦਰਤਾ ਨੂੰ ਵੀ ਮਾਤ ਪਾਉਂਦੀ ਹੈ, ਉਸ ਦੀ ਸਰੀਰ ਦੀ ਸੁੰਦਰਤਾ ਹੈ। ਮੇਰੇ ਸਤਿਗੁਰੂ ਜੀ ਦੇ ਵਿੱਚ ਰੂਹਾਨੀਅਤ ਦੀ ਸੁੰਦਰਤਾ ਹੈ। ਤੇ ਮੇਰੇ ਸ਼ਹਿਨਸ਼ਾਹ ਪਿਤਾ ਸੁੰਦਰ ਸਰੂਪ ਨਮਸਕਾਰ ਹੈ, ਇਸ ਲਈ ਕਿ ਮਹਾਰਾਜ ਜੋ ਕਾਰਜ ਆਰੰਭ ਕਰ ਰਹੇ ਹਾਂ, ਆਪ ਬਖਸ਼ਿਸ਼ ਕਰੋ, ਇਸ ਕਾਰਜ ਨਿਰਵਿਘਨਤਾ ਬਖਸ਼ਦੇ ਹੋਏ ਇਸ ਨੂੰ ਸੰਪੂਰਨ ਕਰਾਉਣਾ ਜੀ। ਕਬਿਤ ਅਮਲ ਕਮਲ ਜੈਸੇ ਕੈਸੇ ਕਹੋ ਪਦ ਜੁਗ। ਤੋ ਹੁਣ ਕਹਿੰਦੇ ਨੇ ਮੈਂ ਛੇਵੇਂ ਪਾਤਸ਼ਾਹ ਮਹਾਰਾਜ ਦੀ ਹੋਰ ਸੋਭਾ ਕਰਾਂ। ਤੋ ਕਵੀ ਜੀ ਨੇ ਦੋ ਦੋ ਛੰਦ ਜਿਹੜੇ ਨੇ ਇਸ ਤਰ੍ਹਾਂ ਨਾਲ ਸ਼ੁਰੂ ਕੀਤੇ ਹੋਏ ਨੇ। ਤੋ ਕਹਿੰਦੇ ਹਨ ਕਿ ਭਾਈ ਹੁਣ ਮੈਂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦੇ ਪਵਿੱਤਰ ਚਰਨਾਂ ਨੂੰ ਜੇ ਮੈਂ ਸੋਚਾਂ ਕਿ ਅਮਲ ਕਮਲ ਵੀ ਜਿਸ ਤਰ੍ਹਾਂ ਮੈਲ ਤੋਂ ਰਹਿਤ ਸੋਹਣਾ ਸੁੰਦਰ ਸਾਫ ਕੌਲ ਫੁੱਲ ਖਿੜਿਆ ਹੋਵੇ, ਕਹਿੰਦੇ ਕਿਸ ਤਰ੍ਹਾਂ ਮੈਂ ਆਖਾਂ ਕਿ ਮੇਰੇ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਜਿਹੜੇ ਨੇ ਬੜੇ ਉਜਲ ਕਮਲ ਵਰਗੇ ਹਨ। ਰਜਨੀ ਮੈਂ ਆਨਗਤ ਹੋਤ ਜਿਨ ਬਾਨ ਹੈ। ਭਈ ਇਹ ਜਿਹੜਾ ਕਮਲ ਦਾ ਫੁੱਲ ਹੈ, ਸੋ ਇਹਦੀ ਬਾਨ ਆਦਤ ਇਹ ਹੈ, ਇਹਦਾ ਸੁਭਾਅ ਹੈ ਕਿ ਦਿਨੇ ਤਾਂ ਖਿੜਦਾ ਹੈ, ਬਹੁਤ ਸੁੰਦਰ ਲੱਗਦਾ ਹੈ, ਸੋਭਾ ਬਹੁਤ ਹੈ, ਪਰ ਜਦੋਂ ਰਾਤ ਪੈਂਦੀ ਤੇ ਇਹ ਤਾਂ ਮੁਰਝਾ ਜਾਂਦਾ ਤੇ ਇਹਦੀ ਸਾਰੀ ਸੋਭਾ ਖਤਮ ਹੋ ਜਾਂਦੀ। ਇਸ ਵਾਸਤੇ ਇਹਦਾ ਸੁਭਾਅ ਹੈ ਕਿ ਰਾਤ ਦੇ ਸਮੇਂ ਤਾਂ ਸਭ ਕੁਝ ਇਹਦਾ ਖਤਮ ਹੋ ਜਾਂਦਾ ਹੈ। ਜਾਨੀਏ ਸੰਤਾਨ ਕੇ ਸਮਾਨ ਬਨ ਅਨ ਬਨ। ਫਿਰ ਕਹਿੰਦੇ ਜੇ ਮੈਂ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਨੂੰ ਜੇ ਮੈਂ ਕਲਪ ਬ੍ਰਿਸ਼ ਜੋ ਕਹਿੰਦੇ ਨੇ ਸਵਰਗ ਵਿੱਚ ਹੁੰਦਾ, ਇੰਦਰ ਦੇ ਸਵਰਗ ਵਿੱਚ, ਉਸ ਦੀ ਮਹਿਮਾ ਇਹ ਹੈ ਕਿ ਉਸ ਕਲਪ ਬ੍ਰਿਸ਼ ਦੇ ਕੋਲ ਜਾ ਕਰਕੇ ਜਿਹੜੀ ਵੀ ਕੋਈ ਕਾਮਨਾ ਕਰੇ, ਇੱਛਾ ਕਰੇ, ਉਹ ਪੂਰੀ ਕਰ ਦਿੰਦਾ ਹੈ। ਕਹਿੰਦੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੀ ਸੋਭਾ ਜੇ ਮੈਂ ਉਸ ਕਲਪ ਬ੍ਰਿਸ਼ ਦੇ ਨਾਲ ਦਵਾਂ, ਸੋ ਕਹਿੰਦੇ ਨੇ ਤੇ ਤਾਂ ਫਿਰ ਇਉਂ ਪ੍ਰਤੀਤ ਹੁੰਦਾ ਹੈ। ਦਾਨੀ ਮਨ ਕਾਮਨਾ ਨ ਦਾਨੀ ਮੁਖ ਗਿਆਨ ਹੈ। ਕਹਿੰਦੇ ਠੀਕ ਹੈ, ਜਿਹੜਾ ਕਲਪ ਬ੍ਰਿਸ਼ ਹੈ ਉਹ ਮਨ ਦੀਆਂ ਕਾਮਨਾ ਤਾਂ ਦੇਂਦਾ ਪੂਰੀਆਂ ਕਰਦਾ ਹੀ ਹੈ, ਪਰ ਨਾ ਉਹ ਗਿਆਨ ਬਖਸ਼ ਸਕਦਾ ਤੇ ਨਾ ਮੁਕਤੀ ਦੇ ਸਕਦਾ ਹੈ। ਮੇਰੇ ਸਤਿਗੁਰਾਂ ਦੇ ਚਰਨ ਮੁਕਤੀ ਦੇ ਦਾਤੇ ਹਨ ਤੇ ਪਰਮੇਸ਼ਰ ਅਕਾਲ ਪੁਰਖ ਦੇ ਗਿਆਨ ਦੇ ਦਾਤੇ ਹਨ ਸਤਿਗੁਰਾਂ ਦੇ ਚਰਨ। ਚਿੰਤਾ ਮਨ ਜੈਸੇ ਨਖ ਭਾਖੇ ਨਾ ਪਰਤ ਮੁਖ। ਕਵੀ ਜੀ ਕਹਿੰਦੇ ਨੇ ਜੇ ਮੈਂ ਆਪਣੇ ਮੁਖ ਤੋਂ ਕਹਾਂ ਕਿ ਮੇਰੇ ਸ਼ਹਿਨਸ਼ਾਹ ਪਿਤਾ ਸਤਿਗੁਰਾਂ ਦੇ ਚਰਨ ਕਮਲਾਂ ਤੇ ਹਸਤ ਕਮਲਾਂ ਤੇ ਨਹੁੰ ਜਿਹੜੇ ਨੇ, ਜੇ ਕਹਾਂ ਮੈਂ ਚਿੰਤਾਮਣੀ ਵਰਗੇ ਨੇ, ਪਰ ਕਹਿੰਦੇ ਮੇਰੇ ਮੁਖ ਤੋਂ ਕਹੇ ਨਹੀਂ ਜਾ ਸਕਦੇ। ਕਾਰਨ ਹੈ ਕਿ ਮੋਹ ਨਾ ਮਿਟਾਵੇ ਦੁਖ ਜਾਣਤ ਜਹਾਨ ਹੈ। ਚਿੰਤਾਮਣੀ ਵੀ ਕਾਮਨਾ ਤਾਂ ਪੂਰੀਆਂ ਕਰ ਦਿੰਦੀ ਹੈ, ਪਰ ਕਹਿੰਦੇ ਨੇ ਭਾਈ ਸੋ ਗੁਰੂ ਸਾਹਿਬ ਦੇ ਪਵਿੱਤਰ ਸੋ ਹਸਤ ਕਮਲਾਂ ਚਰਨਾਂ ਦੇ ਨਹੁੰਆਂ ਦੀ ਇਹ ਸੋਭਾ ਹੈ ਕਿ ਜੋ ਮਨ 'ਚ ਵਸਾਵੇ ਦਰਸ਼ਨ ਕਰਕੇ, ਕਹਿੰਦੇ ਉਹਨਾਂ ਦੇ ਹਿਰਦੇ ਵਿੱਚੋਂ ਮੋਹ ਮੇਟ ਕਰਕੇ ਮੇਰੇ ਸਤਿਗੁਰੂ ਜੀ ਗਿਆਨ ਬਖਸ਼ਣ ਵਾਲੇ ਹਨ। ਸ੍ਰੀ ਹਰਗੋਬਿੰਦ ਪਦ ਆਨੰਦ ਕੇ ਕੰਦ ਜੋ। ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਜਿਹੜੇ ਚਰਨ ਨੇ ਉਹ ਤਾਂ ਆਨੰਦ ਕੰਦ, ਜਿਹੜੇ ਆਨੰਦ ਦੇ ਦਾਤੇ ਹਨ। ਆਨੰਦ ਉਹ ਅਵਸਥਾ ਹੈ ਜਿੱਥੇ ਸੋ ਕਦੇ ਵੀ ਮੁੜ ਕੇ ਚਿੰਤਾ ਫਿਕਰ ਨਹੀਂ ਹੁੰਦਾ। ਸੋ ਹਰਖ ਅਨੰਤ ਸੋਗ ਨਹੀਂ ਬੀਆ, ਸੋ ਘਰ ਗੁਰੂ ਨਾਨਕ ਕੋ ਦੀਆ। ਆਨੰਦ ਜਿੱਥੇ ਕਦੇ ਦੁੱਖ ਨਹੀਂ, ਦੁੱਖ ਨਹੀਂ ਸਭ ਸੁਖ ਹੀ ਹੈ ਰੇ, ਏਕਾ ਏਕ ਹੀ ਨਿਤ ਹੈ। ਆਨੰਦ ਦੀ ਅਵਸਥਾ ਖੇੜ ਆਵੇਗਾਸ ਜਿੱਥੇ ਮੁੜ ਕੇ ਕੋਈ ਚਿੰਤਾ ਫਿਕਰ ਨਹੀਂ। ਮੇਰੇ ਸਤਿਗੁਰੂ ਜੀ ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨ ਕਮਲ ਜਿਹੜੇ ਨੇ ਗੁਰੂ ਦਾ ਸਰੂਪ ਸੁੰਦਰ ਜੋ ਹੈ, ਉਹ ਕਹਿੰਦੇ ਭਈ ਆਨੰਦ ਦੇ ਦਾਤੇ ਹਨ। ਉਪਮੈ ਆਪ ਪੁਨ ਆਪੇ ਉਪਮਾਨ ਹੈ। ਇਸ ਲਈ ਮੇਰੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨ ਜਿਹੜੇ ਨੇ ਆਪ ਹੀ ਉਪਮਾਨ ਨੇ ਤੇ ਆਪ ਹੀ ਉਪਮੇਯ ਹਨ। ਤਿੰਨ ਚੀਜ਼ਾਂ ਹੁੰਦੀਆਂ ਨੇ।
ਇੱਕ ਹੈ ਉਪਮਾ। ਉਪਮਾ ਮੈਨੇ ਜਿੱਦਾਂ ਆਪਾਂ ਜਸ ਕਰਨਾ ਹੈ, ਉਪਮਾ ਕਰਨੀ, ਵਡਿਆਈ ਕਰਨੀ, ਉਪਮਾ ਕਰਨੀ ਹੈ। ਉਪਮਾ ਤਾਂ ਕਰਨੀ ਹੈ, ਕਿਸ ਦੀ ਕਰਨੀ ਹੈ? ਉਪਮੇय ਦੀ। ਇੱਕ ਉਪਮਾਨ, ਜਦੋਂ ਕਿਸੇ ਦੀ ਸ਼ੋਭਾ ਕਰਨੀ ਹੈ ਤੇ ਫਿਰ ਪ੍ਰਮਾਣ ਦਾ ਫਲਾਣੇ ਵਰਗੀ ਮਹਿਮਾ ਹੈ। ਜਿਸ ਤਰ੍ਹਾਂ ਸੋ ਕਹਿੰਦੇ ਨੇ, ਕਵੀ ਜੀ ਨੇ ਵੀ ਕਿਹਾ, ਮੇਰੇ ਸਤਿਗੁਰੂ ਪਾਤਸ਼ਾਹ ਜੀ ਦੇ ਮੁਖ ਦੀ ਸ਼ੋਭਾ ਚੰਦਰਮਾ ਵਰਗੀ। ਉਪਮਾਨ ਤੇ ਉਪਮੇय, ਜਿਹਦੀ ਉਪਮਾ ਕਰਨੀ ਉਹਦੇ ਬਰਾਬਰ ਦੀ ਕੋਈ ਚੀਜ਼ ਦੇਖ ਕੇ ਤੇ ਉਪਮਾ ਕਰਨੀ। ਪਰ ਕਹਿੰਦੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪਾਵਨ ਚਰਨ ਕਮਲ ਜਿਹੜੇ ਨੇ, ਉਹ ਆਪ ਹੀ ਉਪਮੇय, ਆਪ ਹੀ ਉਪਮਾਨ ਨੇ। ਕਿਉਂਕਿ ਗੁਰੂ ਸਾਹਿਬ ਦੇ ਚਰਨਾਂ ਦੇ ਸਦਰਸ਼ ਨਾ ਤਾਂ ਚਿੰਤਾਮਣੀ ਹੈ, ਨਾ ਕਲਪ ਬ੍ਰਿਸ਼ ਹੋ ਸਕਦਾ ਹੈ, ਨਾ ਕਮਲ ਦਾ ਫੁੱਲ ਹੋ ਸਕਦਾ ਹੈ। ਇਸ ਲਈ ਮੇਰੇ ਸਤਿਗੁਰਾਂ ਦੇ ਚਰਨ ਚਰਨ ਨੇ, ਉਹਨਾਂ ਵਰਗਾ ਕੁਛ ਹੋਰ ਹੋ ਨਹੀਂ ਸਕਦਾ ਹੈ। ਦੋਹਰਾ ਸ੍ਰੀ ਸਤਿਗੁਰ ਹਰਿ ਰਾਇ ਕੇ ਨਾਏ, ਧਿਆਏ ਅਗ ਜਾਏ। ਧੰਨ ਕਵੀ ਜੀ ਸਤਵੇਂ ਪਾਤਸ਼ਾਹ ਮਹਾਰਾਜ ਦਾ ਜਸ ਕਰਨ ਲੱਗੇ ਹਨ, ਗੁਰੂ ਚਰਨਾਂ 'ਚ ਨਮਸਕਾਰ ਕਰਕੇ ਬੇਨਤੀਆਂ ਕਰਨ ਲੱਗੇ ਹਨ। ਧੰਨ ਸ਼੍ਰੋਮਣੀ ਸਤਿਗੁਰੂ ਹਰਿ ਰਾਏ ਸਾਹਿਬ ਜੀ ਦੇ, ਸੋ ਕਹਿੰਦੇ ਜਿਨ੍ਹਾਂ ਦਾ ਨਾਮ ਧਿਆਉਣ ਦੇ ਨਾਲ ਹੀ ਪਾਪ ਦੂਰ ਹੋ ਜਾਂਦੇ ਹਨ। ਕਰ ਪਦ ਪਰ ਪ੍ਰਮਾਣ ਕੋ, ਉਹਨਾਂ ਦੇ ਪਦ ਚਰਨਾਂ ਕਮਲਾਂ ਤੇ ਪ੍ਰਣਾਮ ਨਮਸਕਾਰ ਕਰਦਾ ਹਾਂ। ਜਿਹ ਤੇ ਨਿਧ ਸਿੱਧ ਆਏ। ਸਤਵੇਂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਕਹਿੰਦੇ ਨਮਸਕਾਰ ਕਰਨ ਦੇ ਨਾਲ ਨਿਧੀਆਂ, 9 ਨਿਧੀਆਂ 18 ਸਿੱਧੀਆਂ ਆਪੇ ਹੀ ਪ੍ਰਾਪਤ ਹੋ ਜਾਂਦੀਆਂ ਨੇ ਨਮਸਕਾਰ ਕਰਨ ਦੇ ਨਾਲ। ਇਹ ਐਵੇਂ ਗੱਲ ਨਹੀਂ ਕਹੀ ਹੈ। ਮੇਰੇ ਸ਼ਹਿਨਸ਼ਾਹ ਪਿਤਾ ਸਤਵੇਂ ਪਾਤਸ਼ਾਹ ਜੀ ਦੇ ਹਜ਼ੂਰ ਮਾਲਵੇ ਵਿੱਚ ਗਏ ਸਨ, ਤੇ ਉੱਥੇ ਇੱਕ ਪ੍ਰੇਮੀ ਸੀ, 2 ਭਰਾ ਸਨ। ਇੱਕ ਭਰਾ ਵੱਡਾ ਚੜ੍ਹਾਈ ਕਰ ਗਿਆ, ਛੋਟਾ ਭਾਈ ਹੈ ਸੀ, ਤੇ ਵਿਚਾਰੇ ਗਰੀਬ ਭੁੱਖੇ ਸਨ। ਤੇ ਜਿਸ ਵੇਲੇ ਹੁਣ ਆਪਣੇ ਬੱਚਿਆਂ ਨੂੰ ਤਾਂ ਕੋਈ ਪਾਲਦਾ, ਦੂਜੇ ਦੇ ਬੱਚਿਆਂ ਨੂੰ ਪਾਲਣਾ ਔਖਾ ਹੋ ਜਾਂਦਾ ਹੈ। ਇਹਨੇ ਸੋਚਿਆ, ਇਹਦਾ ਨਾਮ ਸੀ ਭਾਈ ਕਾਲਾ। ਇਹਨੇ ਕੀਤਾ, ਆਪਣੇ 2 ਭਤੀਜੇ, ਇੱਕ ਵੱਡਾ ਤੇ ਇੱਕ ਛੋਟਾ ਸੀ। ਸੋ ਛੋਟੇ ਨੂੰ ਮੋਢੇ ਤੇ ਚੁੱਕ ਲਿਆ, ਵੱਡੇ ਨੂੰ ਉਂਗਲ ਲਾ ਲਿਆ, ਤੇ ਸਤਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਚਲਾ ਗਏ। ਦੋਨਾਂ ਬੱਚਿਆਂ ਨੂੰ ਗੁਰੂ ਦੇ ਸਾਹਮਣੇ ਸਿਖਾਇਆ ਹੋਇਆ ਸੀ। ਸੋ ਜਾ ਕੇ ਗੁਰੂ ਸਾਹਿਬ ਦੇ ਸਾਹਮਣੇ ਸਤਵੇਂ ਪਾਤਸ਼ਾਹ ਗੁਰੂ ਹਰਿ ਰਾਏ ਸਾਹਿਬ ਜੀ ਦੇ ਪਾਸ ਇਹਨਾਂ ਬੱਚਿਆਂ ਨੇ ਆਪਣੇ ਢਿੱਡ ਵਜਾਏ, ਢਿੱਡ ਤੇ ਹੱਥ ਮਾਰ ਮਾਰ ਕੇ ਮਾਰਨ ਦਿਖਾਇਆ। ਗੁਰੂ ਸਾਹਿਬ ਅੰਤਰਜਾਮੀ ਹੱਸ ਪਏ, ਜਾਣ ਕੇ, ਕਾਲਿਆ ਇਹ ਬੱਚੇ ਕੀ ਕਹਿੰਦੇ ਐ? ਕਹਿੰਦਾ, ਸੱਚੇ ਪਾਤਸ਼ਾਹ ਮੇਰੇ ਭਤੀਜੇ ਨੇ, ਮਹਾਰਾਜ ਭੁੱਖੇ ਨੇ, ਤੁਹਾਡੇ ਕੋਲ ਰੋਟੀ ਮੰਗਣ ਆਏ ਨੇ, ਇਹ ਭੁੱਖੇ ਨੇ। ਤੇ ਮੇਰੇ ਸ਼ਹਿਨਸ਼ਾਹ ਪਿਤਾ ਕਹਿੰਦੇ, ਅੱਛਾ ਚੰਗਾ ਫਿਰ। ਕਹਿੰਦੇ ਨੇ, ਭਾਈ ਆ ਜਿਹੜਾ ਤੂੰ, ਸੋ ਇਹ ਵੱਡਾ ਹੈ, ਇਹਦੇ ਘੋੜੇ ਜਿਹੜੇ ਨਾ, ਇਹ ਤਾਂ ਜਮਨਾ 'ਚ ਪਾਣੀ ਪੀਣਗੇ, ਐਡਾ ਵੱਡਾ ਰਾਜ ਕਰੂਗਾ। ਦੋਨਾਂ ਨੂੰ ਸੋ ਵਰ ਦਿੱਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ। ਫਿਰ ਨਾਭੇ ਤੇ ਪਟਿਆਲੇ ਦੇ ਰਾਜੇ ਬਣੇ ਉਹ, ਜਿਹਨਾਂ ਨੂੰ ਗੁਰੂ ਸਾਹਿਬ ਨੇ ਬਚਨ ਦਿੱਤਾ ਸੀ, ਢਿੱਡ ਵਜਾਏ ਸਨ, ਭੁੱਖੇ ਨੇ ਮਹਾਰਾਜ। ਕਹਿੰਦੇ ਫਿਰ ਗੁਰੂ ਨਾਨਕ ਦੇ ਘਰੋਂ ਆਏ ਨੇ, ਇਹ ਹੁਣ ਸੋ ਭੁੱਖਾਂ ਦਾ ਆਪਣਾ ਰਾਜ ਤਾਂ ਹੋਊਗਾ, ਇਹ ਰਾਜ ਭਾਗ ਕਰਕੇ ਹੋਰਨਾਂ ਦਾ ਢਿੱਡ ਭਰਿਆ ਕਰਨਗੇ। ਮੇਰੇ ਸਤਿਗੁਰੂ ਰਾਜ ਭਾਗ ਦੇ ਵਰ ਦਿੱਤੇ ਸਨ। ਨਾਭਾ ਤੇ ਪਟਿਆਲਾ ਦੇ ਫਿਰ ਉਹ ਰਾਜੇ ਹੋਈ, ਉਹ ਅੰਸ਼ ਜਿਹੜੀ ਸੀ। ਤੇ ਇਸ ਵਾਸਤੇ ਕਹਿੰਦੇ ਨੇ, ਮੇਰੇ ਸਤਿਗੁਰੂ ਹਰਿ ਰਾਏ ਸਾਹਿਬ ਦੇ ਚਰਨਾਂ ਕਮਲਾਂ ਤੇ ਨਮਸਕਾਰ ਕਰਨ ਦੇ ਨਾਲ 9 ਨਿਧੀਆਂ 18 ਸਿੱਧੀਆਂ ਹੀ ਪ੍ਰਾਪਤ ਹੋ ਜਾਂਦੀਆਂ ਹਨ। ਸਵਈਆ ਪੰਕ ਬਿਖੇ ਬਸਤਾ ਰਸ ਮੈਂ। ਤੋ ਹੁਣ ਕਹਿੰਦੇ ਨੇ, ਦੇਖੋ ਕਮਲ ਤੇ ਗੁਰੂ ਦੇ ਚਰਨਾਂ ਦਾ ਹੁਣ ਮੁਕਾਬਲਾ ਕਰਦੇ ਨੇ, ਕਿਉਂਕਿ ਕਵੀਆਂ ਦੇ ਬੜੇ ਸੂਖਮ ਖਿਆਲਾਤ ਹੁੰਦੇ ਨੇ ਔਰ ਬੜੇ ਸੁੰਦਰ ਢੰਗ ਦੇ ਨਾਲ ਸਿਫਤ ਕਰਨੀ ਹੁੰਦੀ ਹੈ। ਕਹਿੰਦੇ ਦੇਖੋ, ਕਹਿੰਦੇ ਪੰਕ ਮੁਖੇ ਬਸਤਾ ਰਸ ਮੈਂ, ਕਹਿੰਦੇ ਨੇ ਸਰੋਵਰ ਹੈ ਰਸ ਜਲ ਦਾ, ਤੇ ਉਹਦੇ ਪੰਕ ਚਿੱਕੜ ਦੇ ਵਿੱਚ ਜਿਹੜਾ ਕਮਲ ਹੈ ਉਸ ਦੀ ਜੜ ਹੁੰਦੀ ਹੈ। ਪੰਕ ਮੁਖੇ ਵਸਦਾ ਰਸ ਮੈਂ, ਕਹਿੰਦੇ ਚਿੱਕੜ ਦੇ ਵਿੱਚ ਤੇ ਜਲ ਦੇ ਵਿੱਚ ਕਮਲ ਦਾ ਫੁੱਲ ਵਸਦਾ ਹੈ। ਰਸ ਊਰਦ ਕੋ ਨਿਸਰਾ ਸਰਸੇਰੋ। ਸਰਸੇਰੋ ਤੋਂ ਕਹਿੰਦੇ ਨੇ ਭਾਈ, ਤੇ ਉਹ ਉਸ ਪਾਣੀ ਦੇ ਵਿੱਚ ਸੋ ਊਰਦ ਉੱਚਾ ਹੋ ਕਰਕੇ ਤੇ ਕਮਲ ਜਿਹੜਾ ਹੈ ਨਿਸਰ ਦਾ ਭਵ ਖਿੜਦਾ ਹੈ।
ਸਰਸੇਰੋ ਜਿਹੜਾ ਕਮਲ ਦਾ ਫੁੱਲ ਹੈ। ਗਰੀਬ ਲੋ ਨੀਰ ਮੈਂ ਧੀਰ ਧਰੇ। ਤੋ ਕਹਿੰਦੇ ਨੇ ਸੋ ਗਰੀਬ ਗਰਦਨ ਤੱਕ, ਕਹਿੰਦੇ ਗਲ ਤੱਕ ਪਾਣੀ ਵਿੱਚ ਡੁੱਬਿਆ ਹੁੰਦਾ ਹੈ ਤੇ ਬੜਾ ਧੀਰਜ ਧਾਰ ਕਰਕੇ ਪਾਣੀ ਦੇ ਵਿੱਚ ਇੱਕ ਪੈਰ ਖਰੋ ਥਿਰ ਹੋਵੇ ਰਾਵ ਹੀਰੋ। ਤੋ ਇੱਕ ਪੈਰ ਤੇ ਖੜੋਂਦਾ, ਕਿਉਂਕਿ ਕਮਲ ਦੇ ਫੁੱਲ ਦੀ ਇਕੱਲੀ ਨਾਲੀ ਹੁੰਦੀ ਹੈ ਪਾਣੀ ਦੇ ਵਿੱਚ। ਤੋ ਕਹਿੰਦੇ ਵੀ ਇੱਕ ਪੈਰ ਤੇ ਖੜੋ ਕੇ ਤੇ ਹਰ ਵੇਲੇ ਕਮਲ ਦਾ ਪ੍ਰੇਮ ਸੂਰਜ ਨਾਲ ਹੈ। ਕਹਿੰਦੇ ਪਾਣੀ ਵਿੱਚ ਖੜੋ ਕੇ, ਕਿ ਵੱਡੇ ਵੱਡੇ ਤਪਸਵੀ ਲੋਕ ਜਲ ਵਿੱਚ ਖੜੋ ਕੇ ਤਪੱਸਿਆ ਕਰਦੇ ਨੇ, ਸੂਰਜ ਦੀ ਪੂਜਾ ਕਰਦੇ ਨੇ। ਤੇ ਕਵੀ ਜੀ ਦੱਸਦੇ ਨੇ, ਕਹਿੰਦੇ ਨੇ ਪਾਣੀ ਵਿੱਚ ਪੈਦਾ ਹੁੰਦਾ ਹੈ, ਪਾਣੀ ਤੋਂ ਉੱਚਾ ਹੋ ਕਰਕੇ ਕਮਲ ਦਾ ਫੁੱਲ ਖਿੜਿਆ ਹੈ। ਇੱਕ ਪੈਰ ਤੇ ਪਾਣੀ ਵਿੱਚ ਖੜਾ ਹੋ ਕਰਕੇ ਤੇ ਸੂਰਜ ਵੱਲ ਹਰ ਵੇਲੇ ਸਾਰਾ ਦਿਨ ਵੇਖਦਾ ਹੋਇਆ ਮਹਾਨ ਤਪ ਸਾਧਦਾ ਹੈ। ਅਤਪ ਸੀਤ ਸਹਿ ਬਰਖਾ। ਤੋ ਜੇ ਬਾਰਿਸ਼ ਆਵੇ ਤਾਂ, ਜੇ ਧੁੱਪ ਪੈਂਦੀ ਹੈ ਤਾਂ, ਜੇ ਠੰਡ ਪਵੇ ਤਾਂ, ਤੇ ਉਸ ਨੂੰ ਸਹਾਰਦਾ ਇੱਕ ਪੈਰ ਤੇ ਖੜਾ ਹੋ ਕੇ। ਤਪ ਸਾਧਤ ਜਾਂ ਬਿਦ ਕਰੂਰ ਕਨੇਰੋ। ਕਹਿੰਦੇ ਇਸ ਤਰ੍ਹਾਂ ਦਾ ਕਰੂਰ ਬੜਾ ਭਾਰੀ ਕਰੜਾ ਤਪ ਸਾਧਦਾ ਹੈ ਕਮਲ ਦਾ ਫੁੱਲ ਜਿਹੜਾ ਹੈ। ਸ੍ਰੀ ਹਰਿ ਰਾਏ ਕੇ ਪਾਏ ਸਮਾਨਤਾ। ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਦੇ ਪਾਏ ਜੋ ਚਰਨ ਹਨ, ਕਹਿੰਦੇ ਉਹਨਾਂ ਦੀ ਬਰਾਬਰੀ ਕਰਨ ਵਾਸਤੇ ਐਡਾ ਭਾਰੀ ਭਾਵੇਂ ਤਪ ਕਰਦਾ ਹੈ ਕਮਲ ਦਾ ਫੁੱਲ। ਪਾਏ ਨਾ ਕੰਜ ਉਪਾਏ ਬਿਤੇਰੋ। ਤੋ ਕਹਿੰਦੇ ਨੇ ਬੜੇ ਇਸ ਨੇ ਯਤਨ ਕੀਤੇ ਨੇ ਇਹੋ ਜਿਹੇ, ਪਰ ਮੇਰੇ ਧੰਨ ਸਤਵੇਂ ਪਾਤਸ਼ਾਹ ਮਹਾਰਾਜ ਦੇ ਚਰਨ ਕਮਲਾਂ ਦੀ ਬਰਾਬਰੀ ਨਹੀਂ ਕਰ ਸਕਦਾ। ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ। ਭਾਵੇਂ ਇਤਨਾ ਕਰੜਾ ਤਪ ਸਾਧਦਾ ਸਾਰਾ ਜੀਵਨ, ਮੇਰੇ ਸਤਿਗੁਰੂ ਹਰਿਰਾਏ ਸਾਹਿਬ ਦੇ ਕਮਲਾਂ ਦੇ ਸੁਦਰਸ਼ ਮਹਿਮਾ ਨਹੀਂ ਹੋ ਸਕਦੀ ਹੈ। ਦੋਹਰਾ ਦਰਸ਼ਨ ਸ੍ਰੀ ਹਰਿ ਕ੍ਰਿਸ਼ਨ ਕੋ। ਧੰਨ 8ਵੇਂ ਪਾਤਸ਼ਾਹ ਜੀ ਦੀ ਮਹਿਮਾ ਕਰਦੇ ਕਵੀ ਜੀ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ 8ਵੇਂ ਪਾਤਸ਼ਾਹ ਜੀ ਦਾ ਪਵਿੱਤਰ ਜੋ ਦਰਸ਼ਨ ਹੈ। ਨਿਪੁੰਨ ਹਰਨ ਜੁਰ ਤੀਨ। ਤਿੰਨੇ ਹੀ ਤਾਪਾਂ ਨੂੰ ਹਰਨ ਦੂਰ ਕਰਨ ਵਾਸਤੇ ਨਿਪੁੰਨ ਕੁਸ਼ਲ ਹੈ, ਸਮਰੱਥ ਹੈ। ਧੰਨ ਮੇਰੇ 8ਵੇਂ ਪਾਤਸ਼ਾਹ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬਾਲਾ ਪ੍ਰੀਤਮ 5 ਸਾਲ ਦੀ ਉਮਰ ਦੇ ਵਿੱਚ ਗੁਰਿਆਈ ਗੱਦੀ ਤੇ ਸੋਭਨੀਕ ਹੋਏ ਨੇ। ਪਰ ਮੇਰੇ ਸਤਿਗੁਰੂ ਪਾਤਸ਼ਾਹ ਜੀ ਦਾ ਦਰਸ਼ਨ ਜਿਹੜਾ ਹੈ ਭਾਈ, ਸੋ ਇਸ ਪ੍ਰਕਾਰ ਤੀਨੇ ਤਾਪ ਨਿਵਾਰ ਨਹਾਰਾ ਦੁਖ ਅੰਤਾ ਸੁਖਰਾਸ ਆਦਿ ਵਿਆਧੀ ਉਪਾਧੀ। ਮੇਰੇ ਸਤਿਗੁਰਾਂ ਨੇ ਜਦੋਂ ਦਿੱਲੀ ਵਿੱਚ ਗਏ ਨੇ, ਉੱਥੇ ਹੈਜੇ ਦੀ ਬਿਮਾਰੀ, ਉਹਨੂੰ ਡਾਚੀ ਦੀ ਬਿਮਾਰੀ ਵੀ ਕਹਿੰਦੇ ਆ, ਹੈਜੇ ਦੀ ਬਿਮਾਰੀ ਸੀ ਸਾਰੀ ਦੁਨੀਆ 'ਚ। ਬਸ ਇੱਕ ਪਾਸੋਂ ਲੋਥਾਂ ਚੁੱਕ ਕੇ ਛੱਡ ਕੇ ਆਉਂਦੇ ਨੇ ਸ਼ਮਸ਼ਾਨ ਭੂਮਿਕਾ, ਤੇ ਦੂਸਰੇ ਪਾਸੇ ਹੋਰ ਲੋਥਾਂ ਡਿੱਗੀਆਂ ਹੁੰਦੀਆਂ। ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਸਤਿਗੁਰੂ ਜੀ ਕਿਰਪਾ ਕਰੋ, ਮਰੀ ਦੀ ਬਿਮਾਰੀ ਪੈ ਗਈ ਆ ਦਿੱਲੀ ਵਿੱਚ, ਤੁਸੀਂ ਮਹਾਰਾਜ ਮਿਹਰ ਕਰੋ, ਕੋਈ ਦਵਾਈ ਵੈਦ ਡਾਕਟਰਾਂ ਦੀ ਹੁਣ ਚੱਲਦੀ ਨਹੀਂ ਹੈ, ਹਕੀਮਾਂ ਦੀ। ਮੇਰੇ ਸਤਿਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ, ਇੱਕ ਚਬੱਚਾ ਮੇਰੇ ਸਤਿਗੁਰੂ ਜੀ ਨੇ ਕਿਹਾ ਤਿਆਰ ਕਰੋ। ਚਰਨ ਧੋ ਕਰਕੇ ਮਹਾਰਾਜ ਨੇ ਚਰਨ ਅੰਮ੍ਰਿਤ ਪਾ ਦਿੱਤਾ। ਕਹਿੰਦੇ ਐਸ ਚਬੱਚੇ ਦਾ ਜਲ ਜਿਹਦੇ ਮੁਖ ਵਿੱਚ ਪਾ ਦਿਓਗੇ ਉਹ ਨਹੀਂ ਮਰੇਗਾ। ਸਾਰੇ ਨਗਰ ਦੀਆਂ ਸੰਗਤਾਂ ਨੇ ਜਾ ਕੇ ਹਰੇਕ ਕਿਸੇ ਨੇ ਉਹ ਜਲ ਛਕਿਆ ਤੇ ਛਕਾਇਆ। ਉਸ ਤੋਂ ਬਾਅਦ ਦਿੱਲੀ ਨਗਰ ਦੇ ਵਿੱਚ ਉਹ ਬਿਮਾਰੀ ਹੀ ਦੂਰ ਸਤਿਗੁਰੂ ਨੇ ਕਰ ਦਿੱਤੀ। ਔਰ ਹੁਣ ਤੱਕ ਉਹ ਚਬੱਚਾ ਸੋਭਨੀਕ ਹੈ। ਔਰ ਹੁਣ ਸੰਗਤਾਂ ਜਿਹੜੀਆਂ ਵੀ ਦਰਸ਼ਨ ਕਰਨ ਜਾਂਦੀਆਂ ਨੇ, ਉਸ ਚਬੱਚੇ ਦਾ ਅੰਮ੍ਰਿਤ ਜਲ ਜ਼ਰੂਰ ਛਕਦੀਆਂ ਨੇ, ਇਸ ਭਾਵਨਾ ਨਾਲ ਕਿ ਸਾਡੇ ਵੀ ਰੋਗ ਮਹਾਰਾਜ ਦੂਰ ਕਰ ਦੇਣ। ਤਾਂ ਕਹਿੰਦੇ ਨੇ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨ ਜਿਹੜੇ ਨੇ, ਇਹ ਤਿੰਨਾਂ ਹੀ ਤਾਪਾਂ ਨੂੰ ਦੂਰ ਕਰਨ ਵਾਲੇ ਹਨ। ਚਰਨ ਮਨੋਹਰ ਬੰਦਨਾ। ਇਹੋ ਜਿਹੇ ਸਤਿਗੁਰੂ ਦੇ ਮਨੋਹਰ ਸੁੰਦਰ ਜੋ ਚਰਨ ਹਨ, ਕਵੀ ਜੀ ਕਹਿੰਦੇ ਮੈਂ ਨਮਸਕਾਰ ਕਰਦਾ ਹਾਂ। ਜਿਨ ਸਿੱਖਨ ਸੁਖ ਕੀਨ। ਜਿਨ੍ਹਾਂ ਸਤਿਗੁਰਾਂ ਦੇ ਪਵਿੱਤਰ ਚਰਨਾਂ ਦਾ ਧਿਆਨ ਧਰ ਕੇ ਸਿੱਖ, ਉਹਨਾਂ ਚਰਨਾਂ ਦੇ ਧਿਆਨ ਨੇ ਸਿੱਖਾਂ ਨੂੰ ਸੁਖ ਬਖਸ਼ ਦਿੱਤੇ। ਐਸੇ ਮੇਰੇ ਸਤਿਗੁਰੂ ਪਾਤਸ਼ਾਹ ਨੂੰ ਨਮਸਕਾਰ ਹੈ। ਕਬਿਤ ਅਮਲ ਕਮਲ ਜਗ ਅਰਨ ਲਲਤ ਭਲ। ਤੋ ਕਹਿੰਦੇ ਨੇ ਮੇਰੇ ਸ਼ਹਿਨਸ਼ਾਹ ਪਿਤਾ ਸਤਿਗੁਰੂ ਜੀ ਦੇ ਪਵਿੱਤਰ ਜੋ ਚਰਨ ਨੇ, ਸੋ ਅਮਲ ਕਮਲ, ਸੋ ਉਜਲ ਕਮਲ ਵਰਗੇ ਸੁੰਦਰ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨ ਹਨ, ਤੇ ਬੜੇ ਸੋ ਲਲਤ ਸੁੰਦਰ ਤੇ ਲਾਲ ਲਾਲ ਜੋ ਹਨ। ਪਲ ਤਾਂ ਕੇ ਦਲ ਅਵਲੀ ਸੋ ਹੀਰਨ ਕੀ ਜਟੀ ਸੀ। ਤੋ ਕਹਿੰਦੇ ਨੇ ਭਾਈ ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੋ ਦਲ, ਸੋ ਜਿਸ ਤਰੀਕੇ ਨਾਲ ਕਮਲ ਦੀਆਂ ਪੰਖੜੀਆਂ ਦਲ ਹੁੰਦੀਆਂ ਨੇ ਸੋਹਣੀਆਂ ਫੱਬੀਆਂ, ਐਵੇਂ ਸਤਿਗੁਰਾਂ ਦੇ ਚਰਨਾਂ ਦੀਆਂ ਪਵਿੱਤਰ ਉਂਗਲੀਆਂ ਦੇ ਉੱਤੇ ਜਿਹੜੇ ਇਸ ਪ੍ਰਕਾਰ 9 ਨੇ
ਮਾਨੋ ਕਿ ਹੀਰਿਆਂ ਦੀ ਪੰਕਤੀ ਜੜੀ ਹੋਈ ਐ। ਕਿਦੋਂ ਉੱਡ ਪਾਤ ਹਿਤ ਆਪ ਚਿਤ ਲੋਕ ਮਾਤ। ਮਾਨੋ ਕਿ ਆਪ ਚਿੱਤ ਆਪਣੇ ਚਿੱਤ ਵਿੱਚ ਸੁਖ ਮਾਨਣ ਵਾਸਤੇ ਕਿਤੇ ਆਕਾਸ਼ ਮੰਡਲ ਦੇ ਤਾਰੇ ਜਿਹੜੇ ਨੇ ਉਹਨਾਂ ਦੀ ਹੀ ਪੰਕਤੀ ਜਿਹੜੀ ਆ ਉਹ ਉਥੋਂ ਆ ਕੇ ਤਜੀ ਨਭ ਗਤ ਥਿਤ ਐਸੀ ਬਿਦ ਠਟੀ ਹੈ। ਉਹਨਾਂ ਨੇ ਤਾਰਿਆਂ ਨੇ ਆਕਾਸ਼ ਵਿੱਚ ਵਿਚਰਨਾ ਛੱਡ ਕਰਕੇ ਐਸੀ ਵਿਧੀ ਬਣਾ ਲਈ ਹੈ ਕਿ ਉਹ ਤਾਰਿਆਂ ਦੀ ਪੰਕਤੀ ਹੀ ਆ ਕਰਕੇ ਗੁਰੂ ਸਾਹਿਬ ਦੇ ਚਰਨਾਂ ਤੇ ਟਿਕ ਗਈ। ਭਾਵ ਸਤਿਗੁਰਾਂ ਦੇ ਪਵਿੱਤਰ ਚਰਨਾਂ ਦੇ ਨੌ ਤਾਰਿਆਂ ਵਾਂਗੂ ਚਮਕਦੇ ਨੇ, ਹੀਰਿਆਂ ਵਾਂਗੂ ਲਿਸ਼ਕਦੇ ਹਨ। ਕਿਦੋਂ ਵਿਸ਼ਵ ਕਰਮਾ ਨੇ ਸੇਖ ਤੇ ਮਨਨ ਲੇ। ਤੇ ਮਾਨੋ ਕਿਤੇ ਵਿਸ਼ਵਕਰਮਾ ਨੇ ਆਪਣੀ ਕਾਰਾਗਰੀ ਦਿਖਾਉਣ ਵਾਸਤੇ ਸੋ ਕਹਿੰਦੇ ਨੇ ਭਾਈ ਸੋ ਇਸ ਪ੍ਰਕਾਰ ਸੋ ਮਣੀਆਂ ਹੀ ਜੜੀਆਂ ਨੇ ਲੈ ਕਰਕੇ ਕਾਂਤ ਹਿਤ ਖਚੀ ਬਸ ਰਮਾ ਸਾਜ ਕੁਟੀ ਸੀ। ਤੇ ਮਾਨੋ ਕਿ ਮਹਾਰਾਜ ਦੀ ਕਾਂਤ ਸੋਭਾ ਵਾਸਤੇ ਉਸ ਨੇ ਇਹ ਰਚਨਾ ਕੀਤੀ। ਸੋਹਣੀਆਂ ਮਣੀਆਂ ਹੀ ਵਿਸ਼ਵਕਰਮਾ ਨੇ ਮਾਨੋ ਕਿ ਲਿਆ ਕਰਕੇ ਰੱਖ ਦਿੱਤੀਆਂ ਨੇ ਇਸ ਪ੍ਰਕਾਰ। ਤੇ ਐਸੀ ਸੁੰਦਰਤਾ ਦੇ ਵਿੱਚ ਸੋ ਕਹਿੰਦੇ ਨੇ ਜਿਹੜੀ ਲక్ష్ਮੀ ਆ ਰਮਾ ਸੋ ਮਾਨੋ ਕਿ ਉਹ ਆਣ ਕਰਕੇ ਕੁਟੀਆਂ ਪਾ ਕੇ ਵਸ ਰਹੀ ਹੈ। ਭਾਵ ਕਿ ਮੇਰੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦੇ ਧਿਆਨ ਕਰਨ ਵਾਲਿਆਂ ਨੂੰ ਕਦੇ ਲక్ష్ਮੀ ਦੀ ਤੋਟ ਨਹੀਂ ਹੈ। ਐਸੀ ਸੁੰਦਰਤਾ ਹੈ ਮੇਰੇ ਗੁਰੂ ਦੇ ਚਰਨਾਂ ਦੀ। ਚਰਨ ਕਮਲ ਹਰਿ ਕ੍ਰਿਸ਼ਨ ਅਨੂਪ ਬਨੇ। ਧੰਨ ਮੇਰੇ ਸਾਹਿਬ 8ਵੇਂ ਪਾਤਸ਼ਾਹ ਹਜੂਰ ਦੇ ਕਮਲ ਸਰੀਖੇ ਸੁੰਦਰ ਚਰਨ ਜ ਉਪਮਾ ਤੋਂ ਰਹਿਤ ਸੁੰਦਰ ਬਣੇ ਹੋਏ ਹਨ। ਨਖ ਸਸ ਸਕਲ ਸੇ ਉਪਮਾ ਨ ਲਟੀ ਸੀ। ਉਹ ਕਹਿੰਦੇ ਨੇ ਮਹਾਰਾਜ ਦੇ ਨਹੁੰ ਜਿਹੜੇ ਨੇ ਮਾਨੋ ਕਿ ਚੰਦਰਮਾ ਦੀਆਂ ਟੁਕੜੀਆਂ ਜੜੀਆਂ ਨੇ ਸੋ ਉਹਨਾਂ ਦੀ ਵੀ ਸੋਭਾ ਗੁਰੂ ਸਾਹਿਬ ਤੋਂ ਵਾਰੀ ਨਹੀਂ ਜਾ ਸਕਦੀ। ਮਹਾਰਾਜ ਦੀ ਐਸੀ ਸੋਭਾ ਹੈ। ਤੇ ਵਿਸ਼ਵਕਰਮਾ ਨੇ ਮਾਨੋ ਕਿ ਸੇਖ ਨਾਗ ਤੋਂ ਮਣੀਆਂ ਲਿਆਣ ਕਰਕੇ ਟਕਾਈਆਂ ਹਨ। ਤਾਂ ਐਸੇ ਮੇਰੇ ਸਾਹਿਬ ਸੋ ਬਾਲਾ ਪ੍ਰੀਤਮ ਸਾਹਿਬ ਗੁਰੂ ਹਰਗੋਬਿੰਦ ਹਰ ਕ੍ਰਿਸ਼ਨ ਸਾਹਿਬ ਮਹਾਰਾਜ ਦੇ ਚਰਨਾਂ ਦੀ ਪਵਿੱਤਰ ਸੋਭਾ ਜਿਹੜੀ ਉਹ ਮਹਾਨ ਹੈ। ਦੋਹਰਾ ਤੇਗ ਬਹਾਦਰ ਧਰਮ ਤੁਜ। ਧੰਨ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਧਰਮ ਤੁਜ ਜੋ ਧਰਮ ਦੀ ਧੁਜਾ ਭਾਵ ਨਿਸ਼ਾਨ ਸਾਹਿਬ ਸੋ ਧਰਮ ਦੇ ਨਿਸ਼ਾਨ ਸਾਹਿਬ ਹਨ ਸਤਿਗੁਰੂ ਜੀ। ਹਰਤਾ ਤੁਰਕਨ ਮੂਲ। ਤੇ ਮੇਰੇ ਸਤਿਗੁਰੂ ਪਾਤਸ਼ਾਹ ਤੁਰਕਾਂ ਦੇ ਮੂਲ ਮੁੱਢ ਨੂੰ ਮੇਰੇ ਸਤਿਗੁਰੂ ਜੀ ਦੂਰ ਕਰਨ ਵਾਲੇ ਹਨ। ਚਰਨ ਸਰਨ ਤਾਰਨ ਤਰਨ। ਤੇ ਜਿਹਨਾਂ ਦੇ ਚਰਨਾਂ ਦੀ ਸ਼ਰਨ ਤਾਰਨ ਵਾਸਤੇ ਜਹਾਜ਼ ਦੀ ਨਿਆਈ ਹੈ। ਨਮੋ ਹੋਏ ਅਨਕੂਲ। ਮੈਂ ਅਨੁਸਾਰੀ ਹੋ ਕੇ ਗੁਰੂ ਸਾਹਿਬ ਦੇ ਚਰਨਾਂ ਤੇ ਨਮਸਕਾਰ ਕਰਦਾ ਹਾਂ। ਮਹਾਰਾਜ ਤੁਸੀਂ ਧਰਮ ਦੀ ਧੁਜਾ ਹੋ ਤੇ ਮੈਂ ਤੁਹਾਡੇ ਧਰਮ ਦੀ ਧੁਜਾ ਇਤਿਹਾਸ ਲਿਖਣ ਵਾਸਤੇ ਯਤਨ ਕਰ ਰਿਹਾ। ਨਮਸਕਾਰ ਕਰਦਾ ਹਾਂ ਕਿ ਕਾਰਜ ਸਿਰੇ ਲਾਓ। ਸਵਈਆ ਬਾਰ ਕੀਰਤ ਜੌਨ ਅਮੀ ਗਤ ਭੌਨ। ਮੇਰੇ ਸਤਿਗੁਰੂ ਪਾਤਸ਼ਾਹ ਜੀ ਦੀ ਪਵਿੱਤਰ ਜੋ ਸੋ ਕੀਰਤੀ ਜਸ ਹੈ ਮਾਨੋ ਕਿ ਜਿਸ ਤਰ੍ਹਾਂ ਚੰਦਰਮਾ ਦੇ ਵਿੱਚ ਅੰਮ੍ਰਿਤ ਹੈ ਜੌਨ ਚਾਂਦਨੀ ਹੈ। ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਅੰਮ੍ਰਿਤ ਦਾ ਘਰ ਹਨ। ਸੋ ਸੀਤਲਤਾ ਸੁਖ ਤੌਨ ਸੁਭਾਈ। ਤੋ ਕਹਿੰਦੇ ਨੇ ਸੀਤਲਤਾ ਚੰਦਰਮਾ ਦੇ ਵਿੱਚ ਵੀ ਠੰਡ ਹੈ। ਮੇਰੇ ਸਤਿਗੁਰੂ ਪਾਤਸ਼ਾਹ ਵੀ ਸ਼ਾਂਤੀ ਦੇ ਦਾਤੇ ਹਨ। ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਸੋ ਕੀਰਤੀ ਜਸ ਅਤੇ ਗਤ ਮੁਕਤੀ ਦੇ ਦਾਤੇ ਹਨ ਗੁਰੂ ਦੇ ਚਰਨ। ਗਤ ਸਾਧਨ ਕੈਰਵ ਕੋ ਬਿਗਸਾਵਤ। ਤੇ ਮੇਰੇ ਸਤਿਗੁਰੂ ਪਾਤਸ਼ਾਹ ਜਿਵੇਂ ਚੰਦਰਮਾ ਜਿਹੜਾ ਹੈ ਸੋ ਇਸ ਪ੍ਰਕਾਰ ਸੋ ਜਿਹੜੇ ਚਿੱਟੇ ਰੰਗ ਦੇ ਕਮਲ ਜਿਹੜੀ ਕਮੀਆਂ ਹੁੰਦੀਆਂ ਨੇ ਚੰਦਰਮਾ ਨੂੰ ਦੇਖ ਕੇ ਜਿਵੇਂ ਖਿੜਦੀਆਂ ਨੇ। ਮੇਰੇ ਸਤਿਗੁਰੂ ਪਾਤਸ਼ਾਹ ਦੇ ਪਵਿੱਤਰ ਚਰਨ ਕਮਲਾਂ ਦਾ ਦਰਸ਼ਨ ਕਰਕੇ ਸੋ ਸਾਧਨ ਜਿਹੜੇ ਸਾਧੂ ਲੋਕ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਸਾਧਨਾ ਕਰਨ ਵਾਲੇ ਹਨ ਉਹਨਾਂ ਦੇ ਮਨਾਂ ਨੂੰ ਖੜਾਉਣ ਵਾਲੇ ਹਨ ਸਤਿਗੁਰੂ ਦੇ ਚਰਨ। ਦਾਸ ਰਿਦਾ ਨਭ ਬੀਚ ਸੁਹਾਈ। ਤੇ ਮੇਰੇ ਹਿਰਦੇ ਰੂਪ ਆਕਾਸ਼ ਦੇ ਵਿੱਚ ਗੁਰੂ ਦੇ ਚਰਨ ਸ਼ੋਭਦੇ ਹਨ। ਤਪਤੰ ਦੁਖ ਤੀਰ ਨਾ ਆਵਤ ਹੈ। ਸੋ ਤਪਤੰ ਸੋ ਚੰਦਰਮਾ ਜਦੋਂ ਚੜ੍ਹਦਾ ਤੇ ਉਹਦੇ ਵਿੱਚ ਠੰਡ ਹੁੰਦੀ ਹੈ ਸੂਰਜ ਦੀ ਤਪਸ਼ ਨਹੀਂ ਸੋ ਤਪਸ਼ ਦੂਰ ਹੁੰਦੀ ਹੈ। ਇਸੇ ਤਰ੍ਹਾਂ ਸੋ ਮੇਰੇ ਸ਼ਹਿਨਸ਼ਾਹ ਪਿਤਾ ਸਤਿਗੁਰੂ ਜੀ ਦੇ ਚਰਨ ਕਮਲਾਂ ਦਾ ਧਿਆਨ ਕਰਨਾ ਦੁੱਖਾਂ ਦੀ ਕਿਉਂਕਿ ਦੁੱਖ ਬੰਦੇ ਨੂੰ ਤਪਾਉਂਦੇ ਨੇ ਦੁੱਖ ਨਹੀਂ ਨੇੜੇ ਆ ਸਕਦੇ ਹਨ। ਚਿਤ ਚਾਰ ਚਕੋਰ ਰਹਿ ਲਿਵ ਲਾਈ ਹੈ। ਚੰਦਰਮਾ ਜਦੋਂ ਚੜ੍ਹਦਾ ਹੈ ਜਿਹੜੀ ਚਕੋਰ ਹੈ ਚੰਦ ਚਕੋਰ ਪ੍ਰੀਤ ਹੈ ਲਾ ਤਾਰ ਨਿਹਾਲੇ। ਚਕੋਰ ਜਿਹੜੀ ਹੈ ਚੰਦਰਮਾ ਨਾਲ ਐਸੀ ਪ੍ਰੀਤ ਕਰਦੀ ਹੈ ਸੋ ਜਦੋਂ ਚੰਦਰਮਾ ਚੜ੍ਹਦਾ ਹੈ ਤੇ ਉਸ ਵੇਲੇ ਇਹ ਚਕੋਰ ਜਿਹੜੀ ਹੈ ਇਹਨੂੰ ਕੁੱਕੋ ਕਹਿੰਦੇ ਨੇ ਇੰਗਲਿਸ਼ ਦੇ ਵਿੱਚ। ਇਹ ਧਿਆਨ ਆਪਣਾ ਚੰਦਰਮਾ ਵਿੱਚ ਜੋੜ ਲੈਂਦੀ ਹੈ। ਜਿਵੇਂ ਜਿਵੇਂ ਚੰਦਰਮਾ ਸੋ ਆਪਣੀ ਚੱਲਦਾ ਪੱਛਮ ਦਿਸ਼ਾ 'ਚ ਜਾਂਦਾ ਨਾ
ਇਹ ਫਿਰ ਧੌਣ ਨਹੀਂ ਮੋੜਦੀ। ਤੇ ਇਹ ਜਦੋਂ ਚੰਦਰਮਾ ਛਿਪਦਾ ਪਿੱਛੋਂ ਦੀ ਪੁੱਠੀ ਹੋ ਕਰਕੇ ਪਿੱਠ ਭਰ ਡਿੱਗ ਪੈਂਦੀ ਹੈ, ਇੰਨਾ ਪਿਆਰ ਕਰਦੀ ਹੈ। ਤੋ ਕਹਿੰਦੇ ਜਿਸ ਤਰ੍ਹਾਂ ਸੋ ਚੰਦਰਮਾ ਦੇ ਨਾਲ ਸੋ ਚਕੋਰ ਪ੍ਰੀਤ ਕਰਦੀ ਹੈ, ਇਸੇ ਤਰ੍ਹਾਂ ਮੇਰੇ ਸ਼ਹਿਨਸ਼ਾਹ ਪਿਤਾ ਸਤਿਗੁਰਾਂ ਦੇ ਚਰਨਾਂ ਦੇ ਨਾਲ ਗੁਰਸਿੱਖਾਂ ਦੇ ਚਿੱਤ ਦੀ ਪ੍ਰੀਤ ਹੈ। ਗੁਰ ਤੇਗ ਬਹਾਦਰ ਸੋਹਤ ਚੰਦ ਸੇ। ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਚੰਦਰਮਾ ਦੀ ਨਿਆਈ ਸ਼ੋਭਾ ਪਾਉਂਦੇ ਹਨ। ਹੀਨ ਕਲੰਕ ਇਹੀ ਅਦਕਾਈ। ਪਰ ਕਹਿੰਦੇ ਚੰਦਰਮਾ ਵਰਗੇ ਕਹਿ ਤੇ ਦਿੱਤੇ ਨੇ, ਚੰਦਰਮਾ ਵਿੱਚ ਕਲੰਕ ਲੱਗਾ ਹੋਇਆ ਹੈ, ਪਰ ਮੇਰੇ ਸਤਿਗੁਰੂ ਦੇ ਚਰਨਾਂ ਨੂੰ ਕਲੰਕ ਕੋਈ ਨਹੀਂ ਹੈ। ਐਸੇ ਮੇਰੇ ਅਕਲੰਕ ਚਰਨ ਨੇ ਮੇਰੇ ਸਤਿਗੁਰੂ ਸ਼ਹਿਨਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ। ਸਵਈਆ ਹਰ ਗੋਬਿੰਦ ਨੰਦਨ ਨੰਦਨ ਕੋ। ਹੁਣ ਦਸਮ ਪਾਤਸ਼ਾਹ ਮਹਾਰਾਜ ਦਾ ਜਸ ਕਵੀ ਜੀ ਕਰਦੇ ਨੇ, ਕਿਉਂਕਿ ਗੁਰੂ ਦੇ ਸਿੰਘ ਨੇ, ਗੁਰੂ ਕਲਗੀਧਰ ਦੀ ਟਕਸਾਲ ਦੇ ਵਿਦਿਆਰਥੀ ਹਨ। ਤਾਂ ਕਹਿੰਦੇ ਨੇ ਹਰ ਗੋਬਿੰਦ ਨੰਦਨ ਨੰਦਨ ਕੋ। ਸ੍ਰੀ ਗੁਰੂ ਹਰ ਗੋਬਿੰਦ ਸਾਹਿਬ ਮਹਾਰਾਜ ਦੇ ਸੁਪੁੱਤਰ ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਦੇ ਨੰਦਨ ਸੁਪੁੱਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅਬ ਬੰਦਨ ਕੈ ਪਦ ਜੇ ਅਰਬਿੰਦੂ। ਜੋ ਉਹਨਾਂ ਦੇ ਕਮਲਾਂ ਵਰਗੇ ਸੁੰਦਰ ਚਰਨ ਹਨ, ਅਬ ਬੰਦਨ ਕਹਿੰਦੇ ਮੈਂ ਦਿਲੋਂ ਲਾ ਕਰਕੇ ਨਮਸਕਾਰ ਕਰਦਾ ਹਾਂ। ਦੁਖ ਦੁੰਦਨ ਕੰਦਨ ਆਨੰਦ ਕੰਦ। ਆਨੰਦ ਦੇ ਦਾਤੇ ਨੇ ਤੇ ਸਮੂਹ ਦੁੱਖਾਂ ਨੂੰ ਕੱਟ ਦੇਣ ਵਾਲੇ ਹਨ ਮੇਰੇ ਗੁਰੂ ਦਸਮ ਪਾਤਸ਼ਾਹ ਦੇ ਚਰਨ ਜੋ ਹਨ। ਮੁਕੰਦ ਬਿਲੰਦ ਕਰੇ ਜਿਨ ਹਿੰਦੂ। ਮੁਕਤੀ ਦੇ ਦਾਤੇ ਹਨ ਜਿਨ੍ਹਾਂ ਨੇ ਹਿੰਦੂਆਂ ਨੂੰ ਉੱਚੇ ਕਰ ਦਿੱਤਾ। ਹਿੰਦੂ ਧਰਮ ਦੀ ਰਾਖੀ ਕੀਤੀ ਨਾ ਮੇਰੇ ਸਤਿਗੁਰੂ ਪਾਤਸ਼ਾਹ, ਨਾਵੇਂ ਪਾਤਸ਼ਾਹ ਨੂੰ ਸ਼ਹੀਦੀ ਲਈ ਤੋਰ ਕੇ। ਤੁਰ ਕਹਿੰਦ ਉਡਿੰਦ ਦਨਿੰਦ ਤਿੰਨੇ। ਜਿਹੜੇ ਤੁਰਕਿੰਦ ਇਸ ਪ੍ਰਕਾਰ ਤੁਰਕਾਂ ਦਾ ਜਿਹੜਾ ਰਾਜਾ ਸੀ, ਇਸ ਪ੍ਰਕਾਰ ਨਰੰਗਾ ਔਰੰਗਜ਼ੇਬ ਜਿਹਨੂੰ ਕਹਿੰਦੇ ਨੇ, ਉਹ ਨਿੰਦ ਸੀ ਆਪਣੇ ਤਾਰੇ ਦੀ ਨਿਆਈ ਦਨਿੰਦ। ਸੋ ਉਸ ਨੂੰ ਮੇਰੇ ਸਤਿਗੁਰੂ ਜੀ ਸੂਰਜ ਦੀ ਨਿਆਈ ਹੋ ਕਰਕੇ ਢੁੱਕੇ ਨੇ। ਕਿਉਂ? ਜਦ ਸੂਰਜ ਚੜ੍ਹਦਾ ਨਾ ਤਾਰੇ ਛਪ ਜਾਂਦੇ ਨੇ। ਕਲਗੀਧਰ ਪਾਤਸ਼ਾਹ ਐਸਾ ਤੇਜ ਪ੍ਰਤਾਪ ਵਰਤਾਇਆ, ਨਰੰਗੇ ਦਾ ਤੇਜ ਪ੍ਰਤਾਪ ਸਾਰਾ ਖਤਮ ਕੀਤਾ। ਗੁਰ ਗੋਬਿੰਦ ਸਿੰਘ ਸਭੇ ਜਗ ਬਿੰਦੂ। ਐਸੇ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਹਨ, ਲੁਕੇ ਛਿਪੇ ਸਾਰੀ ਦੁਨੀਆ ਜਾਣਦੀ ਹੈ ਜਿਨ੍ਹਾਂ ਨੂੰ। ਸਰਪਿੰਦ ਗਰਿੰਦ ਖਗਿੰਦ ਤੁਲੰ। ਜਿਹੜੇ ਇਸ ਪ੍ਰਕਾਰ ਸੋ ਗਿਰਿੰਦ ਸੋ ਗਿਰ ਪਹਾੜਾਂ ਦੇ ਇੰਦ ਜਿਹੜੇ ਰਾਜੇ ਪਹਾੜੀਏ ਸਨ, ਜਿਨ੍ਹਾਂ ਨੇ 22 ਧਾਰਾਂ ਦੀ ਫੌਜ ਇਕੱਠੀ ਕਰਕੇ ਨਰੰਗੇ ਦੀ ਫੌਜ ਨੂੰ ਨਾਲ ਲੈ ਕੇ ਘੇਰਾ ਪਾਇਆ ਸੀ ਦਸਮ ਪਾਤਸ਼ਾਹ ਮਹਾਰਾਜ ਨੂੰ। ਤੋ ਕਹਿੰਦੇ ਨੇ ਉਹਨਾਂ ਨੂੰ ਸੋ ਜਿਹੜੇ ਉਹ ਸਨ ਇਸ ਪ੍ਰਕਾਰ ਸੋ ਸਰਪਿੰਦ, ਇਸ ਪ੍ਰਕਾਰ ਸੋ ਜਿਹੜੇ ਪਹਾੜੀ ਰਾਜੇ ਸਨ ਉਹ ਸਨ ਇਸ ਪ੍ਰਕਾਰ ਸੱਪਾਂ ਦੀ ਨਿਆਈ। ਤੇ ਮੇਰੇ ਸ਼ਹਿਨਸ਼ਾਹ ਪਿਤਾ ਖਗਿੰਦ ਸੋ ਕਹਿੰਦੇ ਨੇ ਖਗ, ਸੋ ਕਹਿੰਦੇ ਨੇ ਭਾਈ ਗਰੜ ਦੀ ਨਿਆਈ ਹੋ ਕਰਕੇ, ਪੰਛੀਆਂ ਦਾ ਰਾਜਾ ਗਰੜ ਬਣ ਕੇ ਗਰੜ ਸੱਪ ਨੂੰ ਮਾਰ ਜਾਂਦਾ, ਖਾ ਜਾਂਦਾ ਹੈ। ਸੋ ਮਹਾਰਾਜ ਤੁਲੰਗ ਬਰਾਬਰ ਹੋ ਕਰਕੇ ਢੁੱਕੇ ਹਨ ਮਹਾਰਾਜ ਗਰੜ ਦੀ ਨਿਆਈ। ਬਲਵੰਡ ਅਖੰਡ ਸੁਰਿੰਦ ਹੈ ਇੰਦੂ। ਤੋ ਮੇਰੇ ਸਤਿਗੁਰੂ ਜੀ ਬਲਵੰਡ ਅਖੰਡ, ਅਖੰਡ ਇੱਕ ਰਸ ਬਹੁਤ ਭਾਰੀ ਬਲ ਵਾਲੇ ਹਨ। ਅਤੇ ਸੋ ਸੁਰਿੰਦਾ ਇੰਦੂ, ਜੋ ਸੁਰ ਦੇਵਤਿਆਂ ਦਾ ਇੰਦ ਜੋ ਹੈ ਇਸ ਪ੍ਰਕਾਰ ਇੰਦਰ ਰਾਜਾ, ਮੇਰੇ ਸਤਿਗੁਰੂ ਜੀ ਉਸ ਦੇ ਵੀ ਇੰਦੂ ਰਾਜੇ ਹਨ ਮਹਾਨ। ਮੇਰੇ ਸਤਿਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਉਹਨਾਂ ਦੇ ਚਰਨਾਂ ਤੇ ਮੈਂ ਨਮਸਕਾਰ ਕਰਦਾ ਹਾਂ। ਕਬਿਤ ਕਾਤ ਕਲ ਤਾਲ ਮੈਂ ਪ੍ਰਫੁੱਲਤ ਵਿਸਾਲ ਦਲ। ਜਿਸ ਤਰੀਕੇ ਦੇ ਨਾਲ ਸੋ ਜਿਹੜਾ ਤਾਲ ਸਰੋਵਰ ਦੇ ਵਿੱਚ ਜਿਹੜਾ ਕਾਂਤ ਬੜੀ ਸੋਭਾ ਦੇ ਨਾਲ ਇੱਕ ਬੜੇ ਬੜੇ ਚੌੜੇ ਫੁੱਲਾਂ ਵਾਲਾ ਕਮਲ ਹੁੰਦਾ ਹੈ, ਤੋ ਜਿਸ ਤਰ੍ਹਾਂ ਉਹ ਖਿੜਦਾ ਹੈ। ਮ੍ਰਿਦਲ ਮ੍ਰਿਦਲ ਤੁਲ ਲਾਲ ਲਾਲ ਮਾਨੀਏ। ਕਹਿੰਦੇ ਨੇ ਭਾਈ ਜਿਹੜੀ ਲਾਲਗੀ ਹੈ ਤੇ ਉਹ ਕੋਮਲਤਾ ਹੈ, ਇਹ ਤਾਂ ਗੁਰੂ ਕਲਗੀਧਰ ਦੇ ਚਰਨਾਂ ਦੀ ਬਰਾਬਰਤਾ ਸਮਝੋ। ਲਾਲ ਸੁੰਦਰ ਨੇ ਤੇ ਕੋਮਲ ਕੋਮਲ ਹਨ। ਤੇ ਜਿਹੜਾ ਆਪਣਾ ਕਮਲ ਦਾ ਫੁੱਲ ਹੈ ਉਹਦੇ ਦਲ ਪੱਤੇ ਹੁੰਦੇ ਨੇ। ਤੇ ਮੇਰੇ ਸਤਿਗੁਰੂ ਕਲਗੀਆਂ ਵਾਲੇ ਦੇ ਚਰਨਾਂ ਦੇ ਪਾਸ ਮਹਾਰਾਜ ਦੀਆਂ ਫੌਜਾਂ ਨੇ ਖਾਲਸਾ ਦੀਆਂ। ਰਾਜਤ ਮਰਾਲ ਰਾਜ ਸੰਤਨ ਸਮਾਜ ਪਾਸ। ਜਿਹੜਾ ਜਿੱਥੇ ਕਮਲਾਂ ਦੇ ਫੁੱਲ ਹੁੰਦੇ ਨੇ ਸੋ ਉਹਨਾਂ ਸਰੋਵਰਾਂ ਤੇ ਰਾਜ ਹੰਸ ਹੁੰਦੇ ਹਨ, ਫੱਬਦੇ ਨੇ। ਸੋ ਇਸ ਪ੍ਰਕਾਰ ਸੋ ਜਿਸ ਤਰੀਕੇ ਦੇ ਨਾਲ ਹੰਸ ਹੁੰਦੇ ਨੇ ਉੱਥੇ, ਤੇ ਇੱਧਰ ਮੇਰੇ ਸਤਿਗੁਰੂ ਪਾਤਸ਼ਾਹ ਕਲਗੀਆਂ ਵਾਲੇ ਦੇ ਚਰਨਾਂ ਦੇ ਪਾਸ ਸੰਤਾਂ ਦਾ ਸਮਾਜ, ਸ਼ਾਂਤ ਚਿੱਤ। ਸੋ ਸੰਤ ਲੋਕ ਕਹਿੰਦੇ ਉਹ ਸਮਾਜ, ਉਹਨਾਂ ਦੀ ਸੰਗਤ ਇਕੱਠੀ ਹੁੰਦੀ ਆ। ਪਾਸ ਹੈ ਪਰਾਗ ਦਿਨ ਰੈਨ ਮੈਂ ਸੁਹਾਨੀਏ। ਤੇ ਉਹਦੇ ਪਰਾਗ ਕੇਸਰ ਹੁੰਦਾ ਕਮਲ ਦੇ ਫੁੱਲ ਤੇ, ਮੇਰੇ ਗੁਰੂ ਸਾਹਿਬ ਦੇ ਚਰਨਾਂ ਤੇ ਧੂੜ ਪਈ ਹੋਈ ਹੈ।
ਤੋ ਕਹਿੰਦੇ ਦਿਨੇ ਰਾਤ ਹੀ ਮੇਰੇ ਕਲਗੀਧਰ ਪਾਤਸ਼ਾਹ ਦੇ ਚਰਨ ਸੋਭਨੀ ਕਹਨ। ਸਿਲੀ ਮੁਖ ਸਿੱਖ ਮਨ ਸੌਰਭ ਆਨੰਦ ਹੇਤ। ਤੋ ਕਹਿੰਦੇ ਨੇ ਜਿਸ ਤਰ੍ਹਾਂ ਭੌਰੇ ਜਿਹੜੇ ਨੇ ਉਹ ਸੁਗੰਧੀ ਵਾਸਤੇ ਕਮਲ ਦੇ ਫੁੱਲ ਤੇ ਗੂੰਜਦੇ ਨੇ, ਤੇ ਕਲਗੀਧਰ ਪਾਤਸ਼ਾਹ ਦੇ ਚਰਨਾਂ ਤੋਂ ਬਰਕਤਾਂ ਮੰਨਣ ਵਾਸਤੇ ਗੁਰਸਿੱਖਾਂ ਰੂਪ ਭੌਰੇ ਹਰ ਵੇਲੇ ਹੀ ਗੁਰੂ ਸਾਹਿਬ ਨੂੰ ਘੇਰਾ ਪਾਈ ਰੱਖਦੇ ਨੇ, ਬਲਹਾਰ ਹੁੰਦੇ ਹਨ। ਸੁਰਤ ਨ ਆਸ ਪਾਸ ਸਦਾ ਸੋ ਪਰਮਾਨੀਐ। ਤੋ ਕਹਿੰਦੇ ਨੇ ਉਹਨਾਂ ਦੀ ਐਸੀ ਪ੍ਰੀਤ ਹੈ। ਤੋ ਮਹਾਰਾਜ ਸਤਿਗੁਰੂ ਜੀ ਦੇ ਚਰਨਾਂ ਦੇ ਆਸ ਪਾਸ ਹਰ ਵੇਲੇ, ਇਸ ਵੇਲੇ ਕਹਿੰਦੇ ਨੇ ਉਹ ਹਰ ਵੇਲੇ ਹੀ ਜਿੱਦਾਂ ਸੋ ਭੌਰੇ ਹਰ ਵੇਲੇ ਸੋ ਫੁੱਲ ਦੇ ਉੱਤੇ ਗੂੰਜਦੇ ਨੇ, ਇੱਧਰ ਗੁਰੂ ਦੇ ਸਿੱਖ ਹਰ ਵੇਲੇ ਗੁਰੂ ਦੇ ਚਰਨਾਂ ਦੇ ਹਜ਼ੂਰੀ ਵਿੱਚ ਹਰ ਵੇਲੇ ਹੀ ਆਸ-ਪਾਸ ਰਹਿੰਦੇ ਹਨ। ਉਦਕ ਕਰਮ ਸੋਏ ਸਕੇ ਨਾ ਭਰਮ ਮਲ। ਜਿਹੜਾ ਕਮਲ ਦਾ ਫੁੱਲ ਹੈ ਉਸ ਨੂੰ ਪਾਣੀ ਨਹੀਂ ਛੋਹ ਸਕਦਾ, ਗਿੱਲਾ ਨਹੀਂ ਕਰ ਸਕਦਾ। ਇੱਧਰ ਮੇਰੇ ਕਲਗੀਧਰ ਪਾਤਸ਼ਾਹ ਦੇ ਜਿਹੜੇ ਚਰਨ ਹਨ ਉਹਨਾਂ ਨੂੰ ਜਿਹਨਾਂ ਦੇ ਮਨ 'ਚ ਵਸ ਜਾਂਦੇ, ਨਾ ਕੋਈ ਭਰਮ ਤੇ ਨਾ ਕਿਸੇ ਕਿਸਮ ਦੀ ਕੋਈ ਮੈਲ ਜਿਹੜੀ ਹੈ ਉਹ ਗੁਰੂ ਸਾਹਿਬ ਦੇ ਚਰਨਾਂ ਨੂੰ ਲੱਗ ਸਕਦੀ ਹੈ। ਐਸੋ ਸ੍ਰੀ ਗੋਬਿੰਦ ਸਿੰਘ ਪਦ ਕੰਜ ਜਾਨੀਐ। ਐਸੇ ਮੇਰੇ ਗੁਰੂ ਗੋਬਿੰਦ ਸਿੰਘ ਦੇ ਕਮਲਾਂ ਵਰਗੇ ਸੁੰਦਰ ਚਰਨਾਂ ਨੂੰ ਜਾਣ ਲਓ, ਐਸੇ ਮਹਾਨ ਉੱਤਮ ਤੇ ਸ੍ਰੇਸ਼ਟ ਹਨ ਜੀ। ਸਵਈਆ ਗੋਬਿੰਦ ਸਿੰਘ ਗੁਰੂ ਗਤ ਦਾਇਕ। ਧੰਨ ਸਾਹਿਬ ਮੇਰੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਗਤ ਦਾਇਕ, ਮੁਕਤੀ ਦੇ ਦਾਤੇ ਨੇ ਕਲਗੀਆਂ ਵਾਲੇ। ਆਨ ਕੀ ਆਸ ਨਹੀਂ ਮਨ ਰਾਈ। ਗੁਰੂ ਸਾਹਿਬ ਦੇ ਚਰਨਾਂ ਤੋਂ ਬਿਨਾਂ ਕਹਿੰਦੇ ਹੋਰ ਦੂਸਰੇ ਕਿਸੇ ਦੀ ਕਰਤੀ ਜਿੰਨੀ ਮੈਨੂੰ ਆਸ ਨਹੀਂ ਹੈ। ਮੇਰੇ ਕਲਗੀਆਂ ਵਾਲੇ ਦੇ ਚਰਨਾਂ ਦੀ ਆਸ ਹੈ ਮੈਨੂੰ। ਚਾਤਰਕ ਚੀਤ ਮਹੂਰਮ ਹੋ ਰਟ ਸਵਾਤ। ਤੋ ਕਹਿੰਦੇ ਨੇ ਸੋ ਚਾਤਰਕ ਚਿੱਤ, ਮੇਰਾ ਚਿੱਤ ਰੂਪ ਚਾਤਰਕ ਬਬੀਹਾ ਜਿਹੜਾ ਹੈ ਸਵਾਂਤੀ ਬੂੰਦ ਨੂੰ ਜਿਵੇਂ ਬਬੀਹਾ ਰੱਟਦਾ ਹੈ, ਮੁਹੂਰ ਮੂੰਹ ਰੱਟ ਕਹਿੰਦੇ ਬਾਰ-ਬਾਰ ਮੁਹੂਰ ਮੂੰਹ ਬਾਰ-ਬਾਰ ਰੱਟ ਲਾਉਂਦਾ ਹੈ, ਜਿਸ ਤਰ੍ਹਾਂ ਚਾਤਰਕ ਜਿਹੜਾ ਹੈ ਸੋ ਬਾਰ-ਬਾਰ ਸਵਾਂਤੀ ਬੂੰਦ ਨੂੰ ਇਸ ਪ੍ਰਕਾਰ ਰੱਟਦਾ ਹੈ। ਮੇਰਾ ਚਿੱਤ ਬਾਰ-ਬਾਰ ਗੁਰੂ ਦੇ ਚਰਨਾਂ ਨੂੰ ਰੱਟਦਾ ਯਾਦ ਕਰਦਾ ਹੈ। ਸਵਾਤ ਦਿਦਾਰ ਕਬੇ ਇਹ ਪਾਈ। ਕਿ ਮਹਾਰਾਜ ਤੁਹਾਡੇ ਦਰਸ਼ਨਾਂ ਰੂਪ ਸਵਾਂਤੀ ਬੂੰਦ ਮੈਨੂੰ ਕਦੋਂ ਪ੍ਰਾਪਤ ਹੋਵੇਗੀ। ਸੋ ਬਬੀਹੇ ਨੂੰ ਸਵਾਂਤੀ ਬੂੰਦ ਮਿਲ ਜਾਏ ਸਦਾ ਲਈ ਪਿਆਸ ਮਿਟ ਜਾਂਦੀ ਹੈ। ਕਵੀ ਜੀ ਕਹਿੰਦੇ ਨੇ ਮੇਰੇ ਚਿੱਤ ਰੂਪ ਬਬੀਹੇ ਨੂੰ ਕਲਗੀਆਂ ਵਾਲੇ ਪਾਤਸ਼ਾਹ ਤੁਹਾਡਾ ਦਰਸ਼ਨ ਹੋ ਜਾਏ, ਸਦੇ ਲਈ ਮੇਰੀ ਤ੍ਰਿਸ਼ਨਾ ਪਿਆਸ ਬੁਝ ਜਾਏਗੀ। ਜਿਉ ਪਤੰਗ ਸਨੇਹ ਕੀ ਡੋਰ। ਇਹ ਮਹਾਰਾਜ ਮੇਰਾ ਜੀਓ ਜਿਹੜਾ ਹੈ ਇਹ ਪਤੰਗ ਹੈ, ਤੁਹਾਡੇ ਚਰਨਾਂ ਦਾ ਪਿਆਰ ਰੂਪ ਜਿਹੜੀ ਡੋਰ ਲੱਗੀ ਹੋਈ ਹੈ, ਇਸ ਪ੍ਰਕਾਰ ਤੁਹਾਡੇ ਪ੍ਰੇਮ ਦੀ ਡੋਰ ਨਾਲ ਬੱਝਾ ਹੋਇਆ ਹੈ ਚਿੱਤ ਸਾਡਾ। ਡਗ ਡੋਲ ਸੋ ਲੇਹੋ ਮਿਲਾਈ। ਬੰਦਾ ਡਗ ਡੋਲ ਸੇ ਲਿਹੋ ਮਲਾਈ। ਮਹਾਰਾਜ ਪ੍ਰੇਮ ਦੇ ਡੋਰ ਨਾਲ ਬੱਧਾ ਹੋਇਆ ਤੇ ਡਾਵਾਂ ਡੋਲ ਹੋ ਰਿਹਾ ਜਿਵੇਂ ਪਤੰਗ ਡੋਲਦੀ ਹੈ। ਸੋ ਲਿਹੋ ਮਲਾਈ, ਕਿਰਪਾ ਕਰੋ ਇਹੋ ਜਿਹੇ ਡੱਕੋ ਡੋਲੇ ਖਾਂਦੇ ਮੇਰੇ ਮਨ ਨੂੰ ਮਹਾਰਾਜ ਆਪਣੇ ਚਰਨਾਂ ਨਾਲ ਜੋੜ ਲਓ ਜੀ। ਸਿੰਧ ਹੁਤਾਸਨ ਹੈ ਭਾਵ ਕੀ ਗਤ। ਕਹਿੰਦੇ ਨੇ ਕਿ ਇਹ ਜਿਹੜਾ ਸੰਸਾਰ ਹੈ ਨਾ, ਸਿੰਧ ਹੁਤਾਸਨ ਮੈਨੇ ਅੱਗ, ਸਿੰਧ ਮੈਨੇ ਸਮੁੰਦਰ। ਜਿਹੜਾ ਇਹ ਸੰਸਾਰ ਸਮੁੰਦਰ ਹੈ ਇਹ ਅੱਗ ਦਾ ਸਮੁੰਦਰ ਹੈ। ਇਹ ਭਾਵ ਸੰਸਾਰ ਦੀ ਜੋ ਗਤੀ ਹੈ। ਮੋਹੇ ਮਾਇਆ ਕਰ ਲਿਹੋ ਬਚਾਈ। ਮਾਇਆ ਮੇਰੇ ਤੇ ਦਇਆ ਕਰਕੇ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਮੈਨੂੰ ਬਚਾ ਲਓ, ਇਹ ਅੱਗ ਦੇ ਸੰਸਾਰ ਸਮੁੰਦਰ ਤੋਂ ਮੇਰੀ ਰੱਖਿਆ ਕਰੋ ਜੀ। ਤੁਹਾਡੇ ਚਰਨਾਂ ਨਾਲ ਮੈਂ ਪ੍ਰੇਮ ਦੀ ਡੋਰ ਬੰਨੀ ਹੋਈ ਹੈ, ਚਰਨਾਂ ਨਾਲ ਜੋੜ ਲਓ ਜੀ। ਕਬਿਤ ਦੋ ਕਰ ਬੰਦ ਕਰ ਬੰਦਤ ਗੋਬਿੰਦ ਸਿੰਘ। ਦੋਵੇਂ ਹੱਥ ਜੋੜ ਕੇ ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮੈਂ ਚਰਨਾਂ ਤੇ ਬੰਦਨਾ ਕਰਦਾ ਹਾਂ। ਦੇਤ ਹੈ ਆਨੰਦ ਸੁਖ ਕੰਦ ਅਗ ਮੰਦ ਹੀ। ਤੋ ਅਗ ਪਾਪਾਂ ਨੂੰ ਮੰਦ ਨਾਸ ਕਰਨ ਵਾਲੇ ਨੇ, ਸੁੱਖਾਂ ਦੇ ਦਾਤੇ ਹਨ, ਮੁਕਤੀ ਦੇ ਦਾਤੇ ਹਨ ਮੇਰੇ ਸਤਿਗੁਰਾਂ ਦੇ ਚਰਨ ਜੋ ਹਨ। ਸਿਆਲ ਤੇ ਮਰਗਿੰਦ ਪਟ ਬੀਜਨੇ ਦਨਿੰਦ ਕਰੇ। ਧੰਨ ਮੇਰੇ ਸਤਿਗੁਰੂ ਪਾਤਸ਼ਾਹ ਜੀ, ਆਪ ਜੀ ਨੇ ਸਿਆਲ ਗਿੱਦੜਾਂ ਤੋਂ ਮਰਗਿੰਦ ਸ਼ੇਰ ਬਣਾਇਆ, ਮਹਾਰਾਜ ਕਿਰਪਾ ਕੀਤੀ ਹੈ। ਪਟ ਬੀਜਨੋਂ ਤੇ ਟਟਾਣਿਆਂ ਤੋਂ ਮਹਾਰਾਜ ਤੁਸਾਂ ਨੇ ਕਿਰਪਾ ਕਰਕੇ ਸੋ ਇਸ ਪ੍ਰਕਾਰ ਸੋ ਮਹਾਦਨਿਤ ਸੂਰਜ ਬਣਾਏ ਹਨ। ਕੀਟ ਤੇ ਗਜਿੰਦ ਪੰਥ ਦਇਓ ਗਤ ਵੰਦ ਹੀ। ਐਸਾ ਮੁਕਤੀ ਦੇਣ ਵਾਲਾ ਖਾਲਸਾ ਪੰਥ ਤੁਸਾਂ ਬਖਸ਼ਿਆ ਮਹਾਰਾਜ, ਜੋ ਇਸ ਪ੍ਰਕਾਰ ਸੋ ਕਹਿੰਦੇ ਨੇ ਮਹਾਰਾਜ ਮਹਾਨ ਸੋ ਵਡਿਆਈਆਂ ਨੂੰ ਦੇਣ ਵਾਲਾ, ਕੀੜਿਆਂ ਨੂੰ ਹਾਥੀ ਦੀ ਨਿਆਈ ਬਣਾਉਣ ਵਾਲਾ ਹੈ। ਮਸਕਾ ਖਗਿੰਦ ਜਿਨ ਕਾਕ ਤੇ ਮਰਾਲ ਬ੍ਰਿੰਦ। ਜਿਹਨਾਂ ਨੇ ਬਹੁਤ ਹੀ ਕਾਮਾਂ ਤੋਂ ਹੰਸ ਬਣਾ ਦਿੱਤੇ, ਅਤੇ ਮਹਾਰਾਜ ਇਸੇ ਤਰ੍ਹਾਂ ਹੀ ਸੋ ਮਹਾਨ ਕਿਰਪਾ ਕਰਕੇ ਸੋ ਰਹਿਮਤ ਕੀਤੀ ਮਹਾਰਾਜ। ਸੋ ਜਿਹੜੇ ਇਸ ਪ੍ਰਕਾਰ ਖਗਿੰਦ ਸੋ ਜਿਹੜੇ
ਛੋਟਿਆਂ ਤੋਂ ਮਹਾਰਾਜ ਖਗਿੰਦ ਗਰੜ ਦੀ ਨਿਆਈ ਤਿਆਰ ਕਰ ਦਿੱਤੇ। ਰੰਕ ਜੇ ਨਰਿੰਦ ਕਰੇ ਬੰਦਤ ਮੁਕੰਦ ਹੀ। ਐਸੇ ਮੁਕਤੀ ਦਾਤਾ ਸਾਧੂਆਂ ਦੇ ਚਰਨਾਂ ਤੇ ਨਮਸਕਾਰ ਕਰਦਾ, ਜਿਹੜਾ ਗਰੀਬਾਂ ਨੂੰ ਰਾਜ ਬਖਸ਼ ਦਿੱਤੇ ਤੇ ਮੱਛਰਾਂ ਤੋਂ ਗਰੜ ਬਣਾ ਦਿੱਤੇ। ਸੁੰਦਰ ਮੁਖਾਰ ਬਿੰਦ ਸੋਹਤ ਸੰਤੋਖ ਸਿੰਘ। ਕਵੀ ਸੰਤੋਖ ਸਿੰਘ ਕਹਿੰਦੇ ਨੇ, ਮੇਰੇ ਕਲਗੀਧਰ ਪਾਤਸ਼ਾਹ ਦਾ ਮੁਖੜਾ ਐਸਾ ਸੁੰਦਰ ਸ਼ੋਭਾ ਪਾ ਰਿਹਾ ਹੈ। ਕੀਨ ਜੇ ਕਲੰਕ ਤੁ ਸਮਾਨ ਹੋਤ ਚੰਦ ਹੀ। ਜੇ ਕਿਤੇ ਚੰਦਰਮਾ ਵਿੱਚ ਕਲੰਕ ਨਾ ਹੁੰਦਾ ਤੇ ਕਹਿ ਦਿੰਦੇ ਕਿ ਮੇਰੇ ਸਤਿਗੁਰੂ ਦਾ ਮੁਖ ਚੰਦਰਮਾ ਵਰਗਾ ਹੈ, ਪਰ ਉਹ ਕਲੰਕ ਵਾਲਾ। ਮੇਰੇ ਹਜੂਰ ਦੇ ਚਿਹਰੇ ਤੇ ਕਲੰਕ ਕੋਈ ਨਹੀਂ ਹੈ। ਉਜਲ ਮੁਖ ਵਾਲੇ ਸਤਿਗੁਰੂ ਨੂਰਾਨੀ ਚਿਹਰੇ ਵਾਲੇ ਹਨ ਜੀ, ਨਮਸਕਾਰ ਹੈ। ਕਬਿਤ ਤੋਸੋ ਨਹੀਂ ਦਾਤਾ ਕੋ ਮੋਸੋ ਨਾ ਭਖਾਰੀ ਦੀਨ। ਬੇਨਤੀ ਕਰਦੇ ਨੇ, ਮਹਾਰਾਜ ਤੇਰੇ ਵਰਗਾ ਵੱਡਾ ਕੋਈ ਦਾਤਾ ਨਹੀਂ ਤੇ ਮੇਰੇ ਵਰਗਾ ਕੰਗਾਲ ਕੋਈ ਮੰਗਤਾ ਵੀ ਨਹੀਂ ਹੈ। ਤੋਸੋ ਨਾ ਦਇਆਲ ਦੁਖੀ ਮੋਸੋ ਨਾ ਅਲਾਈਏ। ਤੇਰੇ ਵਰਗਾ ਮਹਾਰਾਜ ਸੋ ਦਇਆਲੂ ਨਹੀਂ ਤੇ ਮੇਰੇ ਵਰਗਾ ਦੁਖੀ ਵੀ ਕੋਈ ਨਹੀਂ ਹੈ। ਮਹਾਰਾਜ ਤੇਰੇ ਚਰਨਾਂ 'ਚ ਆਇਆ ਹਾਂ। ਮੋਸੋ ਨਹੀਂ ਕ੍ਰਿਤ ਘਨ ਤੋਸੋ ਉਪਕਾਰੀ ਨਾਹੀ। ਮੇਰੇ ਵਰਗਾ ਅਕਿਰਤ ਕਣ ਨਹੀਂ। ਅਕਿਰਤ ਕਣ ਕਹਿੰਦਾ ਜਿਹੜਾ ਕਿਸੇ ਦੇ ਕੀਤੇ ਹੋਏ ਪਰਉਪਕਾਰੋਂ ਭੁਲਾ ਕੇ ਆਖੇ ਤੂੰ ਮੇਰਾ ਕੀ ਕੀਤਾ। ਹੁਣ ਕੋਈ ਆਦਮੀ ਹੈ, ਕਿਸੇ ਮੁਸੀਬਤ ਫਸੇ ਹੋਏ ਬੰਦੇ ਦੀ ਮਦਦ ਕਰਦਾ ਹੈ, ਉਹਨੂੰ ਮੁਸੀਬਤ ਤੋਂ ਬਚਾਉਂਦਾ ਹੈ, ਸ਼ੇਰ ਦੇ ਮੂੰਹ ਚੋਂ ਉਹਨੂੰ ਕੱਢ ਲੈਂਦਾ, ਅੱਗ ਚੋਂ ਬਚਾ ਲੈਂਦਾ ਹੈ, ਖੂਨ ਦੇ ਕੇਸ ਵਿੱਚੋਂ ਬਚਾ ਲੈਂਦਾ ਹੈ, ਉਸ ਨੂੰ ਕਿਸੇ ਐਕਸੀਡੈਂਟ ਵਿੱਚ ਉਹਦੀ ਰੱਖਿਆ ਕਰਕੇ ਉਹਨੂੰ ਬਚਾ ਲੈਂਦਾ ਹੈ। ਤੇ ਜਿਸ ਵੇਲੇ ਸਹੀ ਸਲਾਮਤ ਹੋ ਜਾਏ ਕਿਤੇ ਕਹਿੰਦੇ ਤੂੰ ਮੇਰਾ ਕੀ ਸਵਾਰਿਆ। ਇਹਨੂੰ ਕਹੀਦਾ ਕਿਰਤ ਘਣ, ਕੀਤੇ ਹੋਏ ਪਰਉਪਕਾਰ ਨੂੰ ਭੁਲਾ ਦੇਣਾ। ਮਹਾਰਾਜ ਮੇਰੇ ਵਰਗਾ ਕਿਰਤ ਘਣ ਕੋਈ ਨਹੀਂ, ਪਰ ਤੇਰੇ ਵਰਗਾ ਉਪਕਾਰੀ ਵੀ ਕੋਈ ਨਹੀਂ ਹੈ। ਮੋਸੋ ਨਾ ਅਨਾਥ ਨਾਥ ਤੋਸੋ ਨਾ ਬਤਾਈਏ। ਮੇਰੇ ਵਰਗਾ ਅਨਾਥ ਯਤੀਮ ਕੋਈ ਨਹੀਂ ਤੇ ਮਾਲਕ ਜੀ ਤੇਰੇ ਜਿੱਡਾ ਵੱਡਾ ਕੋਈ ਸੁਆਮੀ ਵੀ ਨਹੀਂ ਹੈ ਅੱਜ ਦੁਨੀਆ ਤੇ। ਔਗਣੀ ਨਾ ਮੋਸੋ ਕੋ ਗੁਣਵਾਨ ਤੋਸੋ ਨਹੀਂ। ਮੇਰੇ ਵਰਗਾ ਔਗਣਾ ਭਰਿਆ ਕੋਈ ਨਹੀਂ ਤੇ ਤੇਰੇ ਵਰਗਾ ਗੁਣਾ ਵਾਲਾ ਪਰਉਪਕਾਰ ਵੀ ਕੋਈ ਨਹੀਂ ਹੈ ਜੀ। ਜਪ ਤਪ ਬ੍ਰਤ ਮੋਹ ਮੈਂ ਏਕ ਨਹਿ ਪਾਈਐ। ਮੇਰੇ ਵਿੱਚ ਕੋਈ ਵੀ ਸ਼ੁਭ ਗੁਣ ਜਪ ਤਪ ਬ੍ਰਤ ਸੰਜਮ ਭਜਨ ਸਿਮਰਨ ਵਾਲੀ ਮੇਰੇ ਚ ਗੱਲ ਕੋਈ ਨਹੀਂ ਹੈ ਮਹਾਰਾਜ। ਕਬ ਆਇਓ ਹੈ ਸਰਨ ਗਹਿ ਧਾਏ ਕੈ ਚਰਨ। ਇਹ ਮਹਾਰਾਜ ਇਹੋ ਜਿਹਾ ਮੈਂ ਕਵੀ ਆ, ਤੁਹਾਡੀ ਸ਼ਰਨ ਵਿੱਚ ਆਇਆ ਤੇ ਮੈਂ ਭੱਜ ਕੱਢ ਕੇ ਤੁਹਾਡੇ ਚਰਨ ਪਕੜੇ ਹਨ। ਗੁਰੂ ਤਾਰਨ ਤਰਨ ਨਿਜ ਹਾਥ ਦੇ ਬਚਾਈਐ। ਇਹ ਗੁਰੂ ਸਾਹਿਬ ਜੀ ਤੁਸੀਂ ਤਾਰਨ ਵਾਸਤੇ ਜਹਾਜ਼ ਵਰਗੇ ਸੰਸਾਰ ਸਮੁੰਦਰ ਤੋਂ ਹੱਥ ਦੇ ਕਰਕੇ ਮੈਨੂੰ ਬਚਾ ਲਓ ਮਹਾਰਾਜ, ਸੰਸਾਰ ਸਮੁੰਦਰ ਤੋਂ ਤਾਰ ਲਓ ਜੀ। ਕਬਿਤ ਅੰਤਕ ਕੀ ਪਾਸਨ ਬਚਾਏ ਨਿਜ ਦਾਸਨ ਕੋ। ਧੰਨ ਮੇਰੇ ਸਤਿਗੁਰੂ ਪਾਤਸ਼ਾਹ ਜੀ। ਅੰਤਕ ਧਰਮਰਾਜ ਦਾ ਨਾਮ ਹੈ, ਉਹ ਧਰਮਰਾਜ ਦੀ ਫਾਹੀ ਕੀ ਮੌਤ ਹੈ। ਕਹਿੰਦੇ ਮੌਤ ਤੋਂ ਬਚਾਉਣ ਵਾਲੇ ਹਨ ਮੇਰੇ ਸਤਿਗੁਰੂ ਪਾਤਸ਼ਾਹ ਜੀ। ਹਾਥ ਮੈਂ ਸਰਾਸਨ ਅਰੁੜਤ ਤੁਰੰਗ ਕੇ। ਕਹਿੰਦੇ ਹੱਥ ਵਿੱਚ ਧਨਕ ਫੜਿਆ ਹੋਇਆ ਤੇ ਮੇਰੇ ਸਤਿਗੁਰੂ ਜੀ ਘੋੜੇ ਨੀਲੇ ਤੇ ਸਵਾਰ ਹਨ ਕਲਗੀਆਂ ਵਾਲੇ। ਕਮਲ ਵਿਸਾਲ ਦਲ ਲੋਚਨ ਦਿਆਲ ਕਲ। ਮੇਰੇ ਸਤਿਗੁਰੂ ਜੀ ਦੇ ਸੁੰਦਰ ਕਮਲ ਦੀਆਂ ਪੰਖੜੀਆਂ ਵਿੱਚ ਖੁੱਲੇ ਖੁੱਲੇ ਵੱਡੇ ਵੱਡੇ ਮਹਾਰਾਜ ਸੁੰਦਰ ਨੇਤਰ ਹਨ। ਸੋ ਵਿਸਾਲ ਸੋ ਮਹਾਰ ਸੱਚੇ ਪਾਤਸ਼ਾਹ ਜੀ ਦਿਆਲੂ ਦਇਆ ਨਾਲ ਭਰੇ ਹੋਏ ਹਨ। ਲੋਕਨ ਬਲੋਕ ਕੈ ਅਸ਼ੋਕ ਕਰ ਸੰਗ ਕੀ। ਜਿਹੜਾ ਵੀ ਮਹਾਰਾਜ ਦੇ ਦਰਸ਼ਨ ਕਰ ਲੈਂਦਾ ਨੇਤਰਾਂ ਦੇ ਨਾਲ, ਐਸੇ ਸਰੂਪ ਦੇ ਗੁਰੂ ਦੀ ਸੰਗਤ ਕਰ ਲੈਂਦਾ ਹੈ, ਉਹਨਾਂ ਦੇ ਸਾਰੇ ਹੀ ਮਹਾਰਾਜ ਸੋਖ ਚਿੰਤਾ ਦੂਰ ਕਰ ਦਿੰਦੇ ਹਨ। ਸੋਚਨ ਵਿਮੋਚਨ ਕੋ ਪੋਚਨ ਸੰਕੋਚ ਜਗ। ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਜਿਹੜਾ ਵੀ ਗੁਰੂ ਦੇ ਚਰਨਾਂ ਦੀ ਸੰਗਤ ਕਰਦਾ ਹੈ ਉਸ ਦੀਆਂ ਜਿਤਨੀਆਂ ਸੋਚਾਂ ਫਿਕਰ ਹਨ ਪਰੇਸ਼ਾਨੀਆਂ ਹਨ ਸੋ ਮਹਾਰਾਜ ਸਭ ਸੰਕੋਚ ਦੂਰ ਕਰ ਦਿੱਤੀਆਂ ਨੇ। ਨਯੋ ਪੰਥ ਧਾਰੀ ਬਲਹਾਰੀ ਅੰਗ ਅੰਗ ਕੀ। ਇਹ ਨਵਾਂ ਪੰਥ ਧਾਰਨ ਕਰਨ ਵਾਲੇ ਕਲਗੀਆਂ ਵਾਲੇ ਸ਼ਹਿਨਸ਼ਾਹ ਪਿਤਾ ਦਰਸ਼ਨ ਕਰਕੇ ਤੁਹਾਡੇ ਮੈਂ ਹਰੇਕ ਅੰਗ ਅੰਗ ਤੋਂ ਬਲਹਾਰ ਕੁਰਬਾਨ ਜਾਂਦਾ ਹਾਂ ਜੀ। ਪਾਗ ਜਿਗਾ ਸੰਗ ਖਚੇ ਮਾਨਕ ਸੁਰੰਗ ਰੰਗ। ਧੰਨ ਮੇਰੇ ਸ਼ਹਿਨਸ਼ਾਹ ਪਿਤਾ ਸਤਿਗੁਰੂ ਤੁਹਾਡੇ ਦਸਤਾਰੇ ਦੇ ਉੱਤੇ ਇਸ ਪ੍ਰਕਾਰ ਜੋ ਰੰਗਾਂ ਰੰਗਾਂ ਦੇ ਇਸ ਪ੍ਰਕਾਰ ਜਿਗਾ ਹੈ, ਜਿਗਾ ਦੇ ਉੱਤੇ ਕਲਗੀ ਹੈ, ਸੋਹਣੇ ਰੰਗਾਂ ਰੰਗਾਂ ਦੇ ਵਿੱਚ ਹੀਰੇ ਜੜੇ ਹੋਏ ਹਨ, ਕੁਰਬਾਨ ਜਾਵਾਂ। ਵਾਰੋ ਮੈਂ ਉਪੰਗ ਮਨ ਕਲਗੀ ਉਤੰਗ ਕੀ। ਇਹ ਮਹਾਰਾਜ ਤੁਹਾਡੀ ਉੱਚੀ ਸੁੰਦਰ ਸਜ ਰਹੀ ਕਲਗੀ ਤੋਂ ਮੈਂ ਆਪਣਾ ਤਨ ਮਨ ਧਨ ਨਿਸ਼ਾਵਰ ਕਰ ਦਿਆਂ ਜੀ। ਸਵਈਆ ਸਭ ਛਾਪ ਸਲਾਨ ਚਾਰ ਸ਼ਕੀ ਕਟ। ਤੋ ਮਹਾਰਾਜ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀਓ। ਸੋ
ਸ਼ਬ ਜਿਹੜੀ ਮਹਾਰਾਜ ਤੁਹਾਡੀ ਸ਼ੋਭਾ ਹੈ। ਸੋ ਕਵੀ ਜੀ ਸ਼ਿੰਗਾਰ ਰਸ ਕਰ ਰਹੇ ਨੇ, ਕਹਿੰਦੇ ਛਾਪ ਛਲਾਇਨ ਮਹਾਰਾਜ ਨੇ ਜੋ ਛੱਲੇ ਤੇ ਇਸ ਪੁਰਾ ਛਾਪਾਂ ਆਦਿਕ ਪਾਈਆਂ, ਸੋਹਣੇ ਗਹਿਣੇ ਜਿਹੜੇ ਪਾਏ ਹੋਏ ਹਨ, ਚਾਰ ਸੁੰਦਰ ਮਹਾਨ ਸ਼ਕੀ ਸ਼ੋਭਾ ਫਬ ਰਹੀ ਹੈ। ਕੱਟ ਤੇ ਤਟ ਕਾਸ ਕਸੀ ਬਿਦ ਆਸੀ, ਜਿਹਨਾਂ ਨੇ ਲੱਕ ਦੇ ਨਾਲ ਸੋਹਣੀ ਸੁੰਦਰ ਕੱਛ ਕਛਹਿਰਾ ਮਹਾਰਾਜ ਨੇ ਕੱਸਿਆ ਹੋਇਆ ਸੁੰਦਰ ਜੀ। ਕਰ ਕੰਕਨ ਕੰਚਨ ਹੀਰ ਗਚੇ, ਮਹਾਰਾਜ ਨੇ ਹੱਥਾਂ ਵਿੱਚ ਕਹਿੰਦੇ ਸੋਨੇ ਦੇ ਕੜੇ ਪਾਏ ਨੇ, ਜਿਨ੍ਹਾਂ ਵਿੱਚ ਹੀਰੇ ਬੜੇ ਸੁੰਦਰ ਗਚੇ ਜੜੇ ਹੋਏ ਹਨ। ਵਿੱਚ ਚੰਚਲ ਲੋਚਨ ਜਿਉ ਜਲ ਮਾਸੀ, ਜਿਵੇਂ ਜਲ ਵਿੱਚ ਮੱਛੀ ਜੜੀ ਹੈ ਇਸ ਪ੍ਰਕਾਰ ਤੇਜ਼ੀ ਨਾਲ ਵਿਚਰਦੀ, ਇਵੇਂ ਸਤਿਗੁਰੂ ਜੀ ਦੇ ਉਹਨਾਂ ਕੜਿਆਂ ਤੇ ਨਿਗਾਹ ਟਿਕਾਈਏ ਤੇ ਟਿਕਦੀ ਨਹੀਂ, ਐਹੀ ਚਮਕ ਪੈਂਦੀ ਆ। ਗਰ ਪ੍ਰਬਤ ਪਰ ਬਿਰਤ ਨੀਵ ਮਨੋਗ ਬਨਿਓ ਬਰ, ਮੇਰੇ ਸਤਿਗੁਰੂ ਪਾਤਸ਼ਾਹ ਦਾਤਾਰ ਪਾਤਸ਼ਾਹ ਜੀ ਦਾ ਸੋ ਕਰ ਪ੍ਰਾਬ੍ਰਿਤ ਸੋ ਨੀਵ ਸੋ ਇਹ ਮਨੋਗ, ਸੋ ਮਹਾਰਾਜ ਸੱਚੇ ਪਾਤਸ਼ਾਹ ਦਾ ਸੋਹਣਾ ਸੁੰਦਰ ਸਰੂਪ ਇਸ ਤਰ੍ਹਾਂ ਦਾ ਬਣਿਆ ਹੋਇਆ ਹੈ। ਚੀਰਨ ਕੀ ਕਰ ਪੋਸ਼ਿਸ਼ ਕਾਸ਼ੀ, ਬੜੇ ਸੋਹਣੇ ਸੋ ਵਸਤਰਾਂ ਦੀ ਸੋ ਪ੍ਰਾਬਿਰਤ ਮੈਨੇ ਚੋਲਾ ਮੇਰੇ ਸਤਿਗੁਰੂ ਜੀ ਦਾ ਗਲ ਵਿੱਚ ਪਾਇਆ, ਬੜੇ ਸੋਹਣੇ ਵਸਤਰਾਂ ਨਾਲ ਕੱਛਿਆ ਸੋਹਣਾ ਸੋ ਕਮਰ ਕੱਛੇ ਨਾਲ ਸਜਾਇਆ ਹੋਇਆ ਹੈ। ਹਰ ਤੀਰ ਧਰੇ ਕਰ ਫੇਰਤ ਹੇਰਤ, ਮੇਰੇ ਸਤਿਗੁਰੂ ਪਾਤਸ਼ਾਹ ਹੱਥ ਵਿੱਚ ਤੀਰ ਫੜਿਆ ਹੋਇਆ, ਉਸ ਨੂੰ ਹੌਲੀ ਹੌਲੀ ਘਮਾਉਂਦੇ ਤੇ ਨਾਲੇ ਦੇਖ ਰਹੇ ਨੇ। ਭਾਵ ਕਵੀ ਜੀ ਜੈਸਾ ਕਲਗੀਧਰ ਪਾਤਸ਼ਾਹ ਦਾ ਸੁੰਦਰ ਦਰਸ਼ਨ ਕੀਤਾ, ਉਹਦੀ ਫੋਟੋ ਜਿਹੜੀ ਹੈ ਨਕਸ਼ਾ ਬਣਾ ਰਹੇ ਹਨ। ਦੇਹ ਧਰੇ ਨਾਰ ਪੂਰਨ ਸਾਸੀ, ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਇਹੋ ਜਿਹਾ ਸਰੀਰ ਧਾਰਨ ਕਰਕੇ ਪੂਰਨ ਸੋਭਾ ਦੇ ਸਹਿਤ ਜੀਵਾਂ ਦਾ ਕਲਿਆਣ ਕੀਤਾ। ਐਸੇ ਗੁਰੂ ਤੋਂ ਬਲਹਾਰ ਜਾਈਏ। ਸਵਈਆ ਕਟ ਸੋ ਪਟ ਤੇਗ ਨਿਖੰਗ ਕਸੇ, ਧੰਨ ਕਲਗੀਆਂ ਵਾਲੇ ਸ਼ਹਿਨਸ਼ਾਹ ਪਿਤਾ ਮਹਾਰਾਜ ਨੇ ਸੋ ਕੱਟ ਲੱਕ ਦੇ ਨਾਲ ਇਸ ਪ੍ਰਕਾਰ ਪੱਟ ਬਸਤਰ ਦੇ ਨਾਲ ਸੋ ਮਹਾਰਾਜ ਨੇ ਕਮਰ ਕੱਸਾ ਕੀਤਾ ਹੋਇਆ, ਜਿਹਦੇ ਨਾਲ ਤੇਗ ਤੇ ਨਿਖੰਗ ਭੱਥਾ ਜਿਹੜਾ ਕੱਸੇ ਹੋਏ ਹਨ। ਮੁਖ ਮੰਦ ਹਸੇ ਦਮਕੇ ਕੇ ਛਟਾਹੀ, ਮੁਖ ਤੋਂ ਜਦੋਂ ਹੌਲੀ ਜਿਹੀ ਹੱਸਦੇ ਕਲਗੀਆਂ ਵਾਲੇ ਤੇ ਮਾਨੋ ਕਿ ਜਿਵੇਂ ਬਿਜਲੀ ਬੱਦਲਾਂ 'ਚ ਚਮਕਦੀ ਹੈ, ਇਹੋ ਜਿਹੀ ਲਿਸ਼ਕ ਪੈਂਦੀ ਹੈ ਸੁੰਦਰ ਮਹਾਰਾਜ ਦੀ। ਮੁਕਤਾ ਗਰ ਮਾਲ ਵਿਸਾਲ ਬਨੀ, ਮੇਰੇ ਸਤਿਗੁਰੂ ਜੀ ਦੇ ਗਲ ਵਿੱਚ ਪਾਈ ਹੋਈ ਮੋਤੀਆਂ ਦੀ ਬਹੁਤ ਸਾਰੀ ਵੱਡੀ ਮਾਲਾ ਸੋਹਣੀ ਬਣੀ ਹੋਈ ਆ। ਜੋ ਸਮਸਰਾਰਨ ਸ਼ਿਆਮ ਭਲੀ ਉਪਮਾਹੀ, ਤੋ ਮੇਰੇ ਸਤਿਗੁਰੂ ਸਮਸਰਾਰਨ ਤੋ ਆਨਨ ਮੂੰਹ ਦੇ ਉੱਤੇ ਜਿਹੜਾ ਸਮਝ ਦਾੜਾ ਗੁਰੂ ਪਾਤਸ਼ਾਹ ਦਾ ਆਇਆ ਸ਼ਿਆਮ ਕਾਲੇ ਰੰਗ ਦਾ, ਤੋ ਬੜੀ ਭਾਰੀ ਉਪਮਾ ਬਣ ਰਹੀ ਹੈ ਮਹਾਰਾਜ ਦੇ ਸੁੰਦਰ ਚਿਹਰੇ ਦੀ। ਹਿਤ ਸੋ ਤਮ ਸੋਮ ਕੇ ਪਾਸ ਬਸਿਓ, ਮਾਨੋ ਕਿ ਇਸ ਪਰ ਬੜੇ ਹਿਤ ਪ੍ਰੇਮ ਦੇ ਨਾਲ ਸੋਮ ਚੰਦਰਮਾ ਦੇ ਕੋਲ ਜਿਵੇਂ ਆਣ ਕੇ ਹਨੇਰਾ ਬਹਿ ਗਿਆ ਹੋਵੇ, ਇਉਂ ਚਿਹਰੇ ਦੀ ਸੁੰਦਰਤਾ ਹੈ। ਮੁਖ ਪੰਕਜ ਪੈ ਮਦ ਪੁੰਜ ਸੁਹਾਈ, ਤੇ ਇਉਂ ਸਮਝੋ ਗੁਰੂ ਸਾਹਿਬ ਦਾ ਮੁਖ ਕਮਲ ਵਰਗਾ ਹੈ, ਅਤੇ ਦਾੜਾ ਜਿਹੜਾ ਬਹੁਤ ਸਾਰੇ ਭੌਰੇ ਆਣ ਕੇ ਜਿਵੇਂ ਟਿਕ ਗਏ ਹੁਣ ਸੋਭਾ ਲੈਣ, ਆਪਣਾ ਖੁਸ਼ਬੂ ਲੈਣ ਵਾਸਤੇ, ਐਸੀ ਮੇਰੇ ਹਜੂਰ ਦੇ ਚਿਹਰੇ ਦੀ ਸੁੰਦਰਤ ਸੋਭਾ ਹੈ। ਅਬ ਆਨ ਕੀ ਆਸ ਨਿਰਾਸ ਭਈ, ਹੁਣ ਮੇਰੇ ਮਨ ਵਿੱਚ ਹੋਰ ਸਭਨਾਂ ਦੀ ਆਸਾ ਨਿਰਾਸ਼ ਹੋ ਗਈ ਹੈ। ਕਲਗੀਧਰ ਬਾਸ ਕੀਓ ਮਨ ਮਾਹੀ, ਕਲਗੀਆਂ ਵਾਲੇ ਸ਼ਹਿਨਸ਼ਾਹ ਪਿਤਾ ਸਤਿਗੁਰਾਂ ਨੇ ਬਖਸ਼ਿਸ਼ ਕਰਕੇ ਮੇਰੇ ਮਨ ਵਿੱਚ ਆਣ ਕੇ ਨਿਵਾਸ ਕਰ ਲਿਆ ਹੈ। ਐਸੇ ਗੁਰੂ ਨੂੰ ਨਮਸਕਾਰ ਹੈ, ਬਲਹਾਰ ਜਾਂਦੇ ਹਾਂ ਜੀ। ਸਵਈਆ ਭੂਲ ਜੋ ਚੂਕ ਭਈ ਹਮ ਤੇ, ਕਵੀ ਜੀ ਹੁਣ ਕਹਿੰਦੇ ਨੇ ਵੀ ਮੇਰੇ ਸਤਿਗੁਰੂ ਪਾਤਸ਼ਾਹ ਮੈਂ ਕੀਤਾ ਤੁਹਾਡਾ ਜਸ, ਕਵਿਤਾ ਦੇ ਵਿੱਚ ਭੂਲ ਜੋ ਚੂਕ ਪਈ ਮੋਤੇ, ਹੇ ਮਹਾਰਾਜ ਤੁਹਾਡਾ ਜਸ ਕਰਦਿਆਂ ਜੋ ਭੁੱਲ ਤੇ ਚੁੱਕ ਮੇਰੇ ਕੋਲੋਂ ਹੋ ਗਈ ਹੈ। ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ। ਬੜਾ ਸੁੰਦਰ ਸਾਡੇ ਵਿਦਵਾਨਾਂ ਨੇ ਇਸ ਗੱਲ ਆਪਾਂ ਕਹਿੰਦੇ ਭੁੱਲ ਚੁੱਕ ਇਸ ਤਰ੍ਹਾਂ ਦੇ ਨਾਲ ਸਮਝਾਈ ਹੈ। ਸੋ ਕਹਿੰਦੇ ਨੇ ਭੁੱਲ ਜੋ ਅਣਜਾਣ ਪੁਣੇ 'ਚ ਹੋ ਜਾਏ, ਭਈ ਪਤਾ ਨਹੀਂ ਸੀ ਤੇ ਭੁੱਲ ਹੋ ਗਈ, ਤੇ ਚੁੱਕ ਉਸ ਨੂੰ ਕਹਿੰਦੇ ਨੇ ਜਿਹੜੀ ਜਾਣ ਕੇ ਕੀਤੀ ਜਾਏ। ਕਹਿੰਦੇ ਭੂਲ ਜੋ ਚੂਕ ਪਈ ਮੁਝ ਤੇ, ਮੇਰੇ ਕੋਲੋਂ ਜੋ ਵੀ ਭੁੱਲ ਚੁੱਕ ਹੋਈ ਹੈ ਸੱਚੇ ਪਾਤਸ਼ਾਹ ਜੀ, ਅਣਜਾਣੇ ਜਾਣੇ ਜਾਂ ਅਣਜਾਣੇ ਵਿੱਚ ਜੋ ਵੀ ਗਲਤੀ ਭੁੱਲ ਹੋਈ ਹੈ। ਗੁਰ ਕਿੰਕਰ ਸੋ ਤੁਮ ਤੇ ਬਖਸ਼ਾਵਤ, ਗੁਰ ਕਿੰਕਰ ਮੈਂ ਤੁਹਾਡਾ ਗੁਰੂ ਸਾਹਿਬ ਜੀ ਦਾਸ ਸੇਵਕ ਹਾਂ, ਤੁਹਾਡੇ ਤੋਂ ਬਖਸ਼ਾਉਂਦਾ ਹਾਂ, ਮਹਾਰਾਜ ਮੈਨੂੰ ਬਖਸ਼ ਲਓ। ਲਾਜ ਰੱਖੋ ਨਿਜ ਨਾਮਹਿ ਕੀ, हे ਮਹਾਰਾਜ ਤੁਸੀਂ ਕਿਰਪਾ ਕਰੋ
ਸੋ ਆਪਣੇ ਨਾਮ ਦੀ ਲਾਜ ਰੱਖੋ ਮਹਾਰਾਜ। ਸਿੱਖ ਮੈਂ ਤੁਮਾਰੂ ਜਗ ਮਾਹੇ ਕਹਾਵਤ। ਤੋ ਮਹਾਰਾਜ ਸਿੱਖ ਮੈਂ ਤੁਮਰੋ ਜਗ ਮਾਹੇ ਕਹਾਵਤ, ਮੈਂ ਤੁਹਾਡਾ ਸਿੱਖ। ਦੁਨੀਆ ਲੋਕੀ ਕਹਿੰਦੇ ਗੁਰੂ ਕਾ ਸਿੱਖ, ਮਹਾਰਾਜ ਤੁਸੀਂ ਆਪਣੇ ਨਾਮ ਦੀ ਲਾਜ ਰੱਖੋ ਜੀ। ਤੂੰ ਬਖਸ਼ਿੰਦ ਸਦਾ ਸੁਖਦਾਇਕ। ਤੁਸੀਂ ਸਦਾ ਹੀ ਬਖਸ਼ਿਸ਼ਾਂ ਦੇਣ ਵਾਲੇ ਬਖਸ਼ਿੰਦ ਪਿਤਾ ਹੋ, ਸੁਖਾਂ ਦੇ ਦਾਤੇ ਹੋ ਸਤਿਗੁਰੂ। ਮੋਹ ਮਨ ਨਾਹੇ ਬਿਖੈ ਛੁਟਕਾਵਤ। ਮਹਾਰਾਜ ਮੇਰਾ ਮਨ ਵਿਸ਼ਿਆਂ ਵਿਕਾਰਾਂ ਤੋਂ ਛੁੱਟਦਾ ਨਹੀਂ ਹੈ, ਮੇਰੀ ਕਿਰਪਾ ਕਰੋ ਇਹਨਾਂ ਕਾਮ ਕ੍ਰੋਧ ਲੋਭ ਅਹੰਕਾਰ ਤੋਂ ਕਿਰਪਾ ਕਰਕੇ ਛਡਾਓ ਜੀ ਮੇਰੇ ਮਨ ਨੂੰ। ਲੋਹ ਤੇ ਹੇਮ ਅਰਿੰਡ ਤੇ ਚੰਦਨ। ਇਹ ਮਹਾਰਾਜ ਸੋ ਲੋਹੇ ਤੋਂ ਸੋਨਾ ਅਤੇ ਇਰੰਡ ਦਾ ਜਿਹੜਾ ਬੂਟਾ ਨਕੰਮਾ ਹੁੰਦਾ, ਇਹ ਤੋਂ ਚੰਦਨ ਬਣਾਉਣ ਵਾਲੇ ਤੁਸੀਂ ਹੋ। ਮਨੁੱਖ ਤੇ ਸੁਰ ਤੂੰ ਹੀ ਬਨਾਵਤ। ਤੇ ਮਨੁੱਖਾਂ ਤੋਂ ਜਨ ਮਾਨਸ ਤੇ ਦੇਵਤਾ ਕੀ ਕਰਤਨ ਲਾਗੀ ਵਾਰ, ਮਨੁੱਖਾਂ ਤੋਂ ਦੇਵਤੇ ਬਣਾਉਣ ਲੱਗੇ ਤੁਸੀਂ ਦੇਰ ਨਹੀਂ ਲਾਉਂਦੇ ਸਤਿਗੁਰੂ ਜੀ। ਕਿਰਪਾ ਕਰਕੇ ਸਾਡੀ ਭੁੱਲ ਚੁੱਕ ਖਿਮਾ ਕਰੋ ਸਤਿਗੁਰੂ ਜੀ। ਕਬਿਤ ਸੁੰਦਰਤਾ ਸਾਲ ਕਰ ਕਰਬ ਵਿਸਾਲ ਕਰ। ਧੰਨ ਮੇਰੇ ਸਤਿਗੁਰੂ ਜੀ ਦੇ ਹੱਥ ਬਾਹਾਂ ਦੀ ਸੋਭਾ ਇੰਜ ਹੈ ਜਿਵੇਂ ਕੋਈ ਹਾਥੀ ਦਾ ਛੋਟਾ ਬੱਚਾ ਹੋਵੇ, ਉਹਦੀ ਸੁੰਡ ਹੋਵੇ, ਜਿਸ ਤਰ੍ਹਾਂ ਇਹ ਬਾਹਾਂ ਸਤਿਗੁਰਾਂ ਦੀਆਂ ਹਨ ਵਿਸ਼ਾਲ ਵੱਡੀਆਂ। ਕਰ ਮਤ ਚਾਲ ਤਰ ਤੁਰਕਨ ਤੋਰੀਆ। ਮਸਤ ਚਾਲ ਵਿੱਚ ਤੁਰ ਕਰਕੇ ਹਾਥੀ ਦੀ ਨਿਆਈ ਮਹਾਰਾਜ ਨੇ ਜਿਹੜਾ ਦਰਖਤ ਬਣਿਆ ਹੋਇਆ ਸੀ ਨਾ ਵੱਡਾ, ਇੱਥੇ ਤੁਰਕਾਂ ਦਾ ਰਾਜ ਸੀ, ਮਹਾਰਾਜ ਨੇ ਉਹ ਦਰਖਤ ਹੀ ਤੋੜ ਦਿੱਤਾ। ਹਿੰਦ ਅਵਲੰਬ ਤਾਰੇ ਭਵ ਨਿਧ ਅੰਬ। ਤੋਂ ਮਹਾਰਾਜ ਨੇ ਕਿਰਪਾ ਕੀਤੀ, ਭਵਨਿਧ ਜੋ ਸੰਸਾਰ ਦਾ ਸਮੁੰਦਰ ਹੈ, ਇਸ ਤੋਂ ਮਹਾਰਾਜ ਨੇ ਹਿੰਦੂਆਂ ਨੂੰ ਤਾਰਿਆ ਹੈ। ਸਭ ਦੁਸ਼ਟਨ ਦੰਡ ਹਰ ਰੂਪ ਗੁਰ ਮੋਰੀਆ। ਸਾਰੇ ਦੁਸ਼ਟਾਂ ਨੂੰ ਦੰਡ ਸਜਾ ਦਿੱਤੀ ਮੇਰੇ ਸਤਿਗੁਰੂ ਨੇ। ਪਰਮੇਸ਼ਰ ਦਾ ਰੂਪ ਹਨ ਮੇਰੇ ਕਲਗੀਆਂ ਵਾਲੇ ਸ਼ਹਿਨਸ਼ਾਹ ਪਿਤਾ ਸਤਿਗੁਰੂ ਜੀ। ਕਿੰਕਰ ਉਤਾਰ ਪਰ ਦੀਜੀਏ ਦਿਦਾਰ ਨਿਜ। ਇਹ ਮਹਾਰਾਜ ਇਹ ਕਿੰਕਰ ਤੁਹਾਡਾ ਦਾਸ ਹੈ, ਆਪਣਾ ਦਰਸ਼ਨ ਦੇ ਕਰਕੇ ਇਸ ਭਵ ਸਾਗਰ ਤੋਂ ਮੈਨੂੰ ਪਾਰ ਕਰ ਦਿਓ। ਲਾਗੀ ਤੇਰੇ ਨਾਮ ਤਾਰ ਛੋਰੀ ਆਸ ਹੋਰੀਆ। ਤੁਹਾਡੇ ਨਾਮ ਦੀ ਮਹਾਰਾਜ ਲਗਾਤਾਰ ਲਿਵ ਲੱਗ ਗਈ ਹੈ, ਹੋਰ ਸਾਰੀਆਂ ਆਸਾਂ ਛੱਡ ਦਿੱਤੀਆਂ ਹਨ, ਸਾਡੇ ਤੇ ਕਿਰਪਾ ਕਰੋ। ਪਰਿਓ ਦਰਬਾਰ ਸਭੇ ਥਾਮ ਨਿਰਧਾਰ ਕਰ। ਇਹ ਮਹਾਰਾਜ ਮੈਂ ਨਿਰਣਾ ਕਰਕੇ ਤੁਹਾਡੇ ਦਰਬਾਰ ਦਾ ਆਸਰਾ ਤੱਕਿਆ, ਸਭ ਥਾਵਾਂ ਛੱਡ ਦਿੱਤੀਆਂ ਹਨ। ਮੋਖ ਕੇ ਉਦਾਰ ਤੁਮ ਨਮੋ ਕਰ ਜੋਰੀਆ। ਇਹ ਮੁਕਤੀ ਦੇ ਦਾਤਾ ਸਤਿਗੁਰੂ ਕਲਗੀਆਂ ਵਾਲੇ ਸ਼ਹਿਨਸ਼ਾਹ ਪਿਤਾ, ਹੱਥ ਜੋੜ ਕਰਕੇ ਤੁਹਾਡੇ ਚਰਨਾਂ ਤੇ ਮੇਰੀ ਨਮਸਕਾਰ ਹੈ, ਕਿਰਪਾ ਕਰੋ। ਕਬਿਤ ਨਿਤ ਹੀ ਭਗਤ ਰਤ ਨਾਮ ਕਿਨ ਬ੍ਰਿਤ ਚਿਤ। ਤੋਂ ਹੁਣ ਗੁਰੂ ਸਾਹਿਬਾਂ ਦਾ ਮੰਗਲਾਚਾਰ ਕਰਕੇ ਦਸਮ ਪਾਤਸ਼ਾਹ ਮਹਾਰਾਜ ਰੀਝ ਦੇ ਨਾਲ ਤੇ ਕਵੀ ਜੀ ਹੁਣ ਆਪਣੇ ਵਿਦਿਆ ਦਾਤੇ ਜਿਹੜੇ ਹਨ ਉਸਤਾਦ, ਹੁਣ ਉਹਨਾਂ ਦੀ ਆਪ ਮਹਿਮਾ ਕਰਨ ਲੱਗੇ ਹਨ। ਤੋ ਕਹਿੰਦੇ ਨੇ ਭਾਈ ਸੋ ਜਿਹੜੇ ਨਿਤ ਹੀ ਇਸ ਪ੍ਰਕਾਰ ਭਗਤੀ ਦੇ ਵਿੱਚ ਪ੍ਰੇਮ ਕਰਨ ਵਾਲੇ ਹਨ, ਜਿਨ੍ਹਾਂ ਨੇ ਨਾਮ ਦੇ ਵਿੱਚ ਆਪਣਾ ਮਨ ਜੋੜਿਆ ਹੋਇਆ ਹੈ। ਸੰਤਨ ਸੋਹਿਤ ਅਤ ਸੰਤ ਸਿੰਘ ਨਾਮ ਹੈ। ਸੰਤ ਸਿੰਘ ਉਹਨਾਂ ਦਾ ਨਾਮ ਹੈ ਤੇ ਸੰਤਾਂ ਦੇ ਨਾਲ ਉਹਦੀ ਹਮੇਸ਼ਾ ਪ੍ਰੀਤ ਉਹਨਾਂ ਦੀ ਹੈ, ਅਤੇ ਇਸ ਤਰੀਕੇ ਦੇ ਨਾਲ ਜਿਹਨਾਂ ਦੀ ਬਿਰਤੀ ਭਗਤੀ ਵਿੱਚ ਜੁੜੀ ਹੋਈ ਹੈ। ਸੋ ਜਨ ਦਇਆਲ ਧੀਰ ਧਰਮ ਵਿਸਾਲ ਧਰ। ਵੱਡਾ ਭਾਰੀ ਧਰਮ ਨੂੰ ਧਾਰਨ ਵਾਲੇ ਹਨ, ਵੱਡੇ ਧੀਰਜ ਵਾਲੇ ਹਨ ਇਸ ਪ੍ਰਕਾਰ, ਤੇ ਬਹੁਤ ਹੀ ਸੁਜਾਨ ਜੋ ਸਿਆਣੇ ਹਨ, ਦਿਆਲੂ ਹਨ। ਜਾਸ ਬੈਸ ਬਾਲ ਹੂੰ ਤੇ ਭਜਨ ਸੋ ਕਾਮ ਹੈ। ਜਿਹਨਾਂ ਦਾ ਬਾਲ ਅਵਸਥਾ ਹੀ ਪਰਮੇਸ਼ਵਰ ਦੇ ਭਜਨ ਨਾਲ ਹੀ ਕੰਮ ਹੈ। ਸੰਤ ਸਿੰਘ ਆਪਣੇ ਉਸਤਾਦ ਜੀ ਦੀ, ਗੁਰੂ ਦੀ ਮਹਿਮਾ ਕਰਦੇ ਹਨ, ਵਿਦਿਆ ਦਾਤੇ ਦੀ। ਜਾ ਕੇ ਚਰਨੋਦਕ ਕੀ ਬੂੰਦ ਮੈਂ ਬਦਨ ਪਾਏ। ਕਵੀ ਸੰਤੋਖ ਕਹਿੰਦੇ ਨੇ ਕਿ ਜਿਨ੍ਹਾਂ ਦੇ ਚਰਨ ਕਮਲਾਂ ਦੀ ਮੈਂ ਇੱਕ ਬੂੰਦ ਪ੍ਰਾਪਤ ਕਰਕੇ, ਸੁਮਤ ਸਦਨ ਭਇਓ ਕਦਨ ਬਿਰਾਮ ਹੈ। ਤੋ ਕਹਿੰਦੇ ਨੇ ਮੈਂ ਸੋਹਣੀ ਮੱਤ ਦਾ ਘਰ ਬਣ ਗਿਆ ਹਾਂ ਅਤੇ ਸਾਰੇ ਕਲੇਸ਼ਾਂ ਨੂੰ ਕੱਟ ਦਿੱਤਾ ਹੈ। ਤਾਂ ਕਿ ਅਰਬਿੰਦ ਪਦ ਸੁੰਦਰ ਮੁਕੰਦ ਦੁੰਦ। ਜਿਹੜੇ ਸੋਹਣੇ ਸਮੂਹ ਉਹਨਾਂ ਦੇ ਸੁੰਦਰ ਚਰਨ ਹਨ ਸੰਤ ਸਿੰਘ ਜੀ ਉਸਤਾਦ ਵਿਦਿਆ ਦਾਤਾ ਜੀ ਦੇ, ਕਹਿੰਦੇ ਜੋ ਮੈਨੂੰ ਮੁਕਤੀ ਦਾਤੇ ਹਨ, ਸੋ ਕਹਿੰਦੇ ਮੈਂ ਉਹਨਾਂ ਦੇ ਚਰਨਾਂ ਤੇ ਸਦਾ ਨਮਸਕਾਰ ਕਰਦਾ ਹਾਂ। ਬੰਦ ਕਰ ਬੰਦਨਾ ਸਦਾ ਮੈਂ ਸੁਖ ਧਾਮ ਹੈ। ਉਹ ਕਹਿੰਦੇ ਸਦਾ ਸੁਖ ਦਾ ਘਰ ਹਨ, ਇਸ ਵਾਸਤੇ ਮੈਂ ਵਿਦਿਆ ਦਾਤੇ ਭਾਈ ਸੰਤ ਸਿੰਘ ਜੀ ਉਹਨਾਂ ਦੇ ਚਰਨਾਂ ਤੇ ਨਮਸਕਾਰ ਕਰਦਾ ਹਾਂ ਜੀ। ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਕਿਰਪਾ ਦਾ ਸਦਕਾ ਸਮਾਂ ਹੋ ਗਿਆ, ਗੁਰੂ ਕਿਰਪਾ ਕਰਨ। ਇਹ ਕਵੀ ਜੀ ਇਸ ਤਰੀਕੇ ਦੇ ਨਾਲ ਸੋ ਗੁਰੂ ਸਾਹਿਬਾਨ ਦਾ, ਵਿਦਿਆ ਦਾਤੇ ਦਾ, ਗੁਰਮੁਖਾਂ ਦਾ
ਇਸੇ ਤਰ੍ਹਾਂ ਫਿਰ ਨਾਮ ਦਾ ਇਉਂ ਮੰਗਲਾਚਾਰ ਕਰਨਗੇ ਪਹਿਲੇ ਅਧਿਆਇ ਦੇ ਵਿੱਚ, ਅਤੇ ਉਸ ਤੋਂ ਬਾਅਦ ਦੂਜੇ ਅਧਿਆਇ ਤੋਂ ਫਿਰ ਜਿਹੜੀ ਆ ਗੁਰੂ ਸਾਹਿਬ, ਗੁਰੂ ਨਾਨਕ ਸਾਹਿਬ ਦੀ ਕਥਾ ਜਿਹੜੀ ਹੈ ਕਵੀ ਜੀ ਪ੍ਰਸੰਗਾਂ 'ਚ ਆਰੰਭ ਕਰਨਗੇ। ਤੋ ਸਮਾਂ ਸੰਪੂਰਨ ਹੋ ਗਿਆ ਹੈ। ਇਸ ਵਾਸਤੇ ਇੱਥੇ ਹੀ ਆਪਣਾ ਕਥਾ ਨੂੰ ਵਿਸਰਾਮ ਦਿੰਦੇ ਹਾਂ। ਸ਼ਹਿਨਸ਼ਾਹ ਪਿਤਾ ਸਤਿਗੁਰ ਰਹਿਮਤ ਬਖਸ਼ਿਸ਼ ਕਰਨ। ਐਸੇ ਸਤਿਗੁਰਾਂ ਦੀ ਮਹਿਮਾ ਜਿਵੇਂ ਕਵੀ ਜੀ ਨੇ ਸੋ ਸੁੰਦਰ ਢੰਗ ਦੇ ਨਾਲ ਬਿਆਨ ਕੀਤੀ, ਸਾਡੇ ਹਿਰਦੇ ਵਿੱਚ ਗੁਰੂ ਦਾ ਜਸ ਵਸੇ, ਜਿਸ ਦੇ ਧਾਰਨੀ ਹੋ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਦੀ ਬਰਕਤਾਂ ਦੇ ਪਾਤਰ ਬਣੀਏ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਦੇਹੋ ਸੱਜਣਾ ਸੀਸੜੀਆਂ, ਜੋ ਹੋਵੇ ਸਹਿਬ ਸੁਮੇਲ ਦੀ ਦਾਤ ਪ੍ਰਾਪਤ ਹੋਵੇ। ਜਾ ਕੇ ਚਰਨ ਉਦਕ ਕੀ ਬੂੰਦ ਮੈਂ ਬਦਨ ਪਾਈ, ਸੁਮਤ ਸਦਨ ਭਇਓ ਕਦਨ ਬਿਰਾਮ ਹੈ। ਤਾਂ ਕਿ ਅਰਬਿੰਦ ਪਦ ਸੁੰਦਰ ਮੁਕੰਦ ਦੁੰਦ, ਬੰਦ ਕਰ ਬੰਦਨਾ ਸਦਾ ਮੈਂ ਸੁਖ ਧਾਮ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।